ਸੋ ਡਾਟਾ ਸਫੀਸ਼ੀਐਂਸੀ। ਸੋ ਜੇ ਆਪਾਂ ਸਟੇਟਮੈਂਟਸ ਚੈੱਕ ਕਰੀਏ, ਸਭ ਤੋਂ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਕਿ ਸਾਨੂੰ ਡਾਟਾ ਸਫੀਸ਼ੀਐਂਸੀ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਆ, ਜਿਵੇਂ ਕਿ ਕੁਐਸਚਨ ਦਿੱਤਾ ਹੋਏਗਾ, ਨੀਚੇ ਦੋ ਸਟੇਟਮੈਂਟਸ ਹੈ, ਠੀਕ ਹੈ। ਸੋ ਬਟ ਇਹ ਕੁਐਸਚਨ ਦੇ ਕੇ ਦੋ ਸਟੇਟਮੈਂਟਸ ਦੇਣ ਦਾ ਮਤਲਬ ਕੀ ਹੈ? ਸੋ ਆਪਾਂ ਚੈੱਕ ਕਰਦੇ ਹਾਂ, ਈਚ ਆਫ ਦਾ ਕੁਐਸਚਨਸ ਬਿਲੋ ਕੰਸਿਸਟ ਆਫ ਅ ਕੁਐਸਚਨ ਐਂਡ ਟੂ ਸਟੇਟਮੈਂਟਸ ਨੰਬਰਡ 1 ਐਂਡ 2 ਗਿਵਨ ਬਿਲੋ ਇਟ। ਇੱਕ ਕੁਐਸਚਨ ਹੋਏਗਾ ਤੇ ਉਹਦੇ ਨੀਚੇ ਦੋ ਸਟੇਟਮੈਂਟਸ ਹੋ ਗਈਆਂ, ਇੱਕ ਤੇ ਦੋ, ਉਹਦੇ ਨੀਚੇ you have to decide whether the data provided in the statement are sufficient to answer the question. So ਤੁਸੀਂ ਇਹ ਦੱਸਣਾ ਹੈ ਕਿ ਜਿਹੜਾ ਡਾਟਾ ਦਿੱਤਾ ਹੋਇਆ ਹੈ, ਕੁਐਸਚਨ ਚ ਪ੍ਰੋਵਾਈਡ ਕੀਤਾ, ਉਹ ਸਫੀਸ਼ੀਐਂਟ ਹੈ ਆਨਸਰ ਦੇਣ ਦੇ ਲਈ। ਰੀਡ ਬੋਥ ਦ ਸਟੇਟਮੈਂਟਸ ਐਂਡ ਗਿਵ ਆਨਸਰ 1। ਦੋਨੋਂ ਸਟੇਟਮੈਂਟਸ ਪੜੋ ਤੇ ਫਸਟ ਆਨਸਰ ਦਿਓ if the data in statement 1 alone are sufficient to answer the question while the data in statement 2 alone are not sufficient to answer the question। ਜੇ ਫਸਟ ਚ ਡਾਟਾ ਸਫੀਸ਼ੀਐਂਟ ਹੈ, ਸੈਕੰਡ ਚ ਸਫੀਸ਼ੀਐਂਟ ਨਹੀਂ ਹੈ, ਤਾਂ ਕੀ ਆਨਸਰ ਦੇਣਾ ਹੈ? 1। ਜੇ ਡਾਟਾ 2 ਅਲੋਨ ਸਫੀਸ਼ੀਐਂਟ ਆਨਸਰ ਦੇਣ ਦੇ ਲਈ, ਡਾਟਾ 1 ਅਲੋਨ ਸਫੀਸ਼ੀਐਂਟ ਆਨਸਰ ਦੇਣ ਦੇ ਲਈ ਨਹੀਂ ਹੈ, ਤਾਂ ਆਪਾਂ ਕੀ ਆਨਸਰ ਦੇਣਾ ਹੈ? 2। 3 ਜੇ ਡਾਟਾ ਆਈਦਰ 1 ਅਲੋਨ ਔਰ ਸਟੇਟਮੈਂਟ 2 ਅਲੋਨ ਆਰ ਸਫੀਸ਼ੀਐਂਟ ਟੂ ਆਨਸਰ ਦਾ ਕੁਐਸਚਨ। ਸੋ 1 ਦੇ ਨਾਲ ਆ ਜਾਏ ਆਨਸਰ ਸੈਪਰੇਟਲੀ, ਤੇ 2 ਦੇ ਨਾਲ ਵੀ ਆ ਜਾਏ ਪਲੱਸ ਆਪ ਸੈਪਰੇਟਲੀ ਆਨਸਰ ਆ ਜਾਏ, 3 ਆਨਸਰ ਦੇਣਾ ਹੈ। 4th ਜੇ ਡਾਟਾ ਫਸਟ ਐਂਡ ਸੈਕੰਡ ਬੋਥ ਆਰ ਨਾਟ ਸਫੀਸ਼ੀਐਂਟ, ਦੋਨਾਂ 'ਚ ਹੀ ਸਫੀਸ਼ੀਐਂਟ ਨਹੀਂ ਹੈ, 4th ਆਨਸਰ ਦੇਣਾ ਹੈ। 5th if data in both the statement first and second together are necessary to answer the question। ਜੇ ਫਸਟ ਤੇ ਸੈਕੰਡ ਦੋਨੋਂ ਡਾਟਾ ਇਕੱਠੇ ਚਾਹੀਦੇ ਆ ਆਨਸਰ ਨੂੰ ਸੋਲਵ ਕਰਨ ਲਈ, ਤਾਂ ਕੀ ਆਨਸਰ ਟਿਕ ਕਰਨਾ ਹੈ? 5। ਚੈੱਕ ਕਰਦੇ ਹਾਂ। ਸੋ ਇੱਕ ਵਾਰ ਪਹਿਲਾਂ ਮੈਂ ਥੋੜੀ ਇਨਫੋਰਮੇਸ਼ਨ ਦਿੰਦਾ ਦੁਬਾਰਾ, ਕਿ ਸਾਨੂੰ ਇੱਕ ਕੁਐਸਚਨ ਦਿੱਤਾ ਹੋਏਗਾ, ਠੀਕ ਹੈ। ਉਹ ਕੁਐਸਚਨ ਦਿੱਤਾ ਹੋਏਗਾ, ਉਹ ਕੁਐਸਚਨ ਤੋਂ ਬਾਅਦ ਦੋ ਸਾਨੂੰ ਕੀ ਦਿੱਤੀਆਂ ਹੋਈਆਂ? ਸਟੇਟਮੈਂਟਸ। ਆਪਾਂ ਇਹ ਸਟੇਟਮੈਂਟਸ ਦੇ ਬੇਸ ਤੇ ਦੱਸਣਾ ਕਿ ਇਹ ਕੁਐਸਚਨ ਸਹੀ ਹੈ। ਜੇ ਤਾਂ ਪਹਿਲੇ ਨਾਲ ਆਨਸਰ ਆ ਗਿਆ ਤਾਂ ਫਸਟ ਆਨਸਰ ਹੈ, ਠੀਕ ਹੈ। ਆ ਦੋ ਸਟੇਟਮੈਂਟਸ ਦਿੱਤੀਆਂ ਹੋਈਆਂ, ਜੇ ਤਾਂ ਪਹਿਲੇ ਨਾਲ ਆਨਸਰ ਆ ਗਿਆ, ਦੂਜੇ ਨਾਲ ਨਹੀਂ ਆਇਆ, ਤਾਂ ਕੀ ਆਨਸਰ ਟਿਕ ਕਰਨਾ ਹੈ? ਫਸਟ। ਜੇ ਪਹਿਲੇ ਨਾਲ ਨਹੀਂ ਆਇਆ, ਦੂਜੇ ਨਾਲ ਆ ਗਿਆ, ਤਾਂ ਕੀ ਆਨਸਰ ਟਿਕ ਕਰਨਾ ਹੈ? ਜੇ ਦੋਨਾਂ ਦੇ ਨਾਲ ਆ ਗਿਆ ਤਾਂ, ਜੇ ਦੋਨਾਂ ਨਾਲ ਨਹੀਂ ਆਇਆ ਤਾਂ। ਹੁਣ 5th ਕੁਐਸਚਨ ਕਦੋਂ ਟਿਕ ਕਰਨਾ ਹੈ? ਜਦੋਂ ਦੋਨਾਂ ਨਾਲ ਸਭ ਤੋਂ ਪਹਿਲਾਂ ਨਹੀਂ ਆਇਆ, ਬਟ ਦੋਨਾਂ ਨੂੰ ਕੀ ਕੀਤਾ? ਐਡ, ਫਿਰ ਆਨਸਰ ਆ ਗਿਆ, ਫਿਰ ਆਪਾਂ ਕੀ ਆਨਸਰ ਟਿਕ ਕਰਨਾ ਹੈ? 5th। ਕੀ ਇਹ ਸਮਝ ਆਉਂਦਾ? 5th ਤੇ ਆਪਾਂ ਉਦੋਂ ਸ਼ਿਫਟ ਕਰਨਾ ਜਦੋਂ ਦੋਨਾਂ ਦਾ ਆਨਸਰ ਨਹੀਂ ਆਇਆ, ਫਿਰ ਆਪਾਂ ਦੋਨਾਂ ਨੂੰ ਐਡ ਕਰਕੇ ਦੇਖਾਂਗੇ ਕਿ ਪਤਾ ਹਾਫ ਸਟੇਟਮੈਂਟ ਦਿੱਤੀ ਹੋਵੇ, ਤੇ ਫਿਰ ਦੋਨਾਂ ਨੂੰ ਐਡ ਕਰਕੇ ਆਨਸਰ ਆ ਗਿਆ ਤਾਂ ਆਨਸਰ 5th ਆ ਜਾਏਗਾ। ਬਟ ਦੋਨਾਂ ਚੋਂ ਜੇ ਕਿਸੇ ਇੱਕ ਨਾਲ ਵੀ ਆ ਜਾਂਦਾ, ਫਿਰ ਤਾਂ ਆਪਾਂ ਇਹਨਾਂ ਤੇ ਸਟਿਕ ਕਰਨਾ ਹੈ। ਕੀ ਕਲੀਅਰ ਹੁੰਦਾ ਹੈ? ਪੁੱਛਣਾ ਹੈ ਕੁਛ ਇਹ ਚੋਂ? ਕੁਐਸਚਨ ਚੈੱਕ ਕਰ ਲੈਣੇ। ਫਸਟ ਕੁਐਸਚਨ ਕੀ ਹੈ? ਅਮੰਗ M, P, T, R and W each being of a different age, who is the youngest? 5 ਜਾਣੇ ਆ, ਸਾਰਿਆਂ ਦੀ ਡਿਫਰੈਂਟ ਏਜ ਹੈ, ਯੰਗੈਸਟ ਕੌਣ ਹੈ? ਯੰਗੈਸਟ ਹੁੰਦਾ ਸਭ ਤੋਂ ਛੋਟਾ। T is younger than only P and W। T ਜਿਹੜਾ ਹੈ ਉਹ ਸਿਰਫ P ਤੇ W ਤੋਂ ਛੋਟਾ ਹੈ, ਇਹਦਾ ਮਤਲਬ M ਤੇ R ਤੋਂ ਵੱਡਾ ਹੋਏਗਾ ਫਿਰ ਉਹ। ਯੈਸ ਔਰ ਨੋ? ਓਨਲੀ ਲਿਖਿਆ ਨਾ, ਜੇ ਸਿਰਫ ਉਹ 2 ਜਾਣੇ ਤੋਂ ਛੋਟਾ ਹੈ ਤਾਂ ਫਿਰ 2 ਤੋਂ ਵੱਡਾ ਵੀ ਹੋਏਗਾ, 5 ਜਾਣੇ ਟੋਟਲ। ਕੀ ਸਾਡਾ ਫਸਟ ਦੇ ਨਾਲ ਆਨਸਰ ਆਇਆ? ਬਿਲਕੁਲ ਨਹੀਂ। ਸੈਕਿੰਡ ਹੈ M is younger than T and older than R। M ਜਿਹੜਾ ਹੈ ਉਹ T ਤੋਂ ਯੰਗਰ ਹੈ, ਮਤਲਬ ਛੋਟਾ ਹੋਏਗਾ ਫਿਰ, ਬਟ R ਤੋਂ ਵੱਡਾ ਹੈ। ਹੁਣ ਸੈਕਿੰਡ ਦੇ ਨਾਲ ਇੰਡੀਵਿਜੂਅਲੀ ਸਾਡਾ ਆਨਸਰ ਆਇਆ? ਨਹੀਂ, ਕਿਉਂਕਿ ਸਾਨੂੰ ਬਾਕੀ ਬਾਰੇ ਨਹੀਂ ਪਤਾ। ਕੀ ਸਮਝ ਆ ਰਿਹਾ? ਇੰਡੀਵਿਜੂਅਲੀ ਤਾਂ ਨਹੀਂ ਆ ਰਿਹਾ ਨਾ, ਕੱਲੀ ਆ ਮੈਂ 3 ਜਣਿਆਂ ਦੀ ਇਨਫੋਰਮੇਸ਼ਨ ਦਵਾਂ ਤਾਂ ਸਾਰਿਆਂ ਚੋਂ ਪੁੱਛਾਂ ਯੰਗਰ ਕੌਣ ਹੈ, ਤੁਹਾਨੂੰ ਪਤਾ ਯੰਗੈਸਟ ਕੌਣ ਹੈ, ਪਤਾ ਲੱਗ ਜਾਏ? ਨਹੀਂ। ਜੇ ਮੈਂ ਦੋਨਾਂ ਨੂੰ ਐਡ ਕਰਦਾ, ਫਸਟ ਤੇ ਸੈਕਿੰਡ ਨੂੰ, ਫਸਟ ਦੇ ਵਿੱਚ ਸੀਗਾ T ਤੋਂ ਉੱਪਰ ਕੌਣ ਹੈ? P ਤੇ W, ਕਿਉਂਕਿ T ਛੋਟਾ ਹੈ P ਤੇ W ਤੋਂ, ਤੇ ਵੱਡਾ ਕਿਹ ਤੋਂ ਹੈ? M ਤੇ R। ਸੈਕਿੰਡ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਸੀ ਕਿ T ਜਿਹੜਾ ਹੈ, M ਜਿਹੜਾ ਹੈ ਉਹ T ਤੋਂ ਛੋਟਾ ਹੈ, ਯੰਗਰ ਹੈ, ਬਟ R ਤੋਂ ਵੱਡਾ ਹੈ। ਸੋ ਇੱਥੇ M ਆ ਜਾਏਗਾ, ਇੱਥੇ R ਆ ਜਾਏਗਾ। ਇਹਦਾ ਮਤਲਬ P ਤੇ W ਤੋਂ ਉੱਪਰ ਹੀ ਰਹੋਗੇ ਫਿਰ। ਹਾਈਐਸਟ ਜਾਂ ਓਲਡੈਸਟ ਤਾਂ ਸਾਨੂੰ ਪੁੱਛਿਆ ਵੀ ਨਹੀਂ ਹੈ। ਸੋ ਇਹ ਜੇ ਆਪਾਂ ਦੱਸਣਾ ਹੋਵੇ ਤਾਂ ਸਭ ਤੋਂ ਛੋਟਾ ਤਾਂ R ਹੀ ਰਹੇਗਾ, ਕਿਉਂਕਿ R M ਤੋਂ ਵੀ ਛੋਟਾ, T ਤੋਂ ਵੀ, P ਤੋਂ ਵੀ, W ਤੋਂ ਵੀ। ਬਟ ਆਨਸਰ ਕਦੋਂ ਆਇਆ? ਜਦੋਂ ਆਪਾਂ ਦੋਨਾਂ ਨੂੰ ਐਡ ਕੀਤਾ। ਸੋ ਆਨਸਰ ਆਪਾਂ ਇੱਥੇ ਕੀ ਟਿਕ ਕਰਨਾ? 5। ਯਾਦ ਰੱਖਣਾ, ਦੋਨਾਂ ਨਾਲ ਇੰਡੀਵਿਜੂਅਲੀ ਤਾਂ ਆਨਸਰ ਨਹੀਂ ਆਉਂਦਾ। ਆਪਾਂ ਇੱਦਾਂ ਨਹੀਂ ਕਰਨਾ ਪਹਿਲਾਂ ਲਿਖ ਕੇ ਦੂਜਾ ਐਡ ਕਰ ਦੇਣਾ, ਇੱਦਾਂ ਨਹੀਂ ਕਰਨਾ। ਇੰਡੀਵਿਜੂਅਲੀ ਪਹਿਲਾਂ ਦੋਨਾਂ ਨਾਲ ਚੈੱਕ ਕਰਨਾ ਹੈ ਕਿ ਕੱਲੀ ਦੂਜੀ ਸਟੇਟਮੈਂਟ ਆਨਸਰ ਆਉਂਦਾ ਹੈ ਕਿ ਨਹੀਂ, ਕੱਲੀ ਪਹਿਲੀ ਸਟੇਟਮੈਂਟ ਆਨਸਰ ਆਉਂਦਾ ਹੈ ਕਿ ਨਹੀਂ। ਕੀ ਸਮਝ ਆਇਆ 5th ਆਨਸਰ ਕਿੱਦਾਂ ਆਇਆ? ਨੈਕਸਟ ਕੁਐਸਚਨ ਕੀ ਹੈ?
how is gone written in the code language? Gone ਕਿਵੇਂ ਲਿਖਿਆ ਹੈ? You will be gone is written as KAPAFTSA। ਇਹਨਾਂ ਤਾਂ ਨਹੀਂ ਆਨਸਰ ਆਏਗਾ, ਕਿਉਂਕਿ ਹੁਣ ਸਾਨੂੰ ਪਤਾ ਨਹੀਂ ਨਾ ਇਹ 'ਚੋਂ you will be given, you ਦਾ ਆਨਸਰ ਕੀ ਹੈ, will ਦਾ ਕੀ ਹੈ, be ਦਾ ਕੀ ਹੈ, gone ਦਾ ਕੀ ਹੈ। ਆਪਾਂ ਇੱਦਾਂ ਤਾਂ ਰਿਸਪੈਕਟਿਵਲੀ ਤਾਂ ਨਹੀਂ ਲੈ ਸਕਦੇ, you ਦਾ ਪਹਿਲਾ, will ਦਾ ਦੂਜਾ, be ਦਾ ਤੀਜਾ, gone ਦਾ ਚੌਥਾ। ਸੈਕਿੰਡ ਹੈ, ਸੋ ਪਹਿਲੇ ਨਾ ਆਨਸਰ ਨਹੀਂ ਆਇਆ ਸਾਡਾ। ਸੈਕਿੰਡ ਹੈ he will be there is written as ਇਸ ਤਰ੍ਹਾਂ, ਇਹਨਾਂ ਵੀ ਨਹੀਂ ਆਣਾ। ਯੈਸ ਔਰ ਨੋ, ਕਿਉਂਕਿ ਇਹਦੇ ਵਿੱਚ ਤਾਂ gone ਹੈ ਹੀ ਨਹੀਂ। ਜੇ ਆਪਾਂ ਦੋਨਾਂ ਨੂੰ ਐਡ ਕਰੀਏ, ਇਹਦੇ ਵਿੱਚ will ਕਾਮਨ ਹੈ, be ਕਾਮਨ ਹੈ, you ਹੈ ਨਹੀਂ, gone ਹੈ ਨਹੀਂ, ਸੋ ਸਟਿਲ ਸਾਡਾ ਆਨਸਰ ਨਹੀਂ ਆਣਾ। ਸੋ ਆਨਸਰ ਕੀ ਹੈ? ਫੋਰਥ। ਦੋਨਾਂ ਨਾਲ ਹੀ ਨਹੀਂ ਆਣਾ। ਕਿਉਂ? ਕਿਉਂਕਿ ਇਹਨਾਂ ਚੋਂ ਦੋ ਤਾਂ ਕਾਮਨ ਆ ਜਾਓਗੇ, ਬਟ ਸਟਿਲ gone ਤੇ you ਤਾਂ ਇੱਥੇ ਕਿਤੇ ਕਾਮਨ ਹੈ ਨਹੀਂ। ਕੱਟਾਂਗੇ ਕਿੱਦਾਂ? ਕੋਡਿੰਗ ਡਿਕੋਡਿੰਗ ਕਿੱਦਾਂ ਕਿ ਨਹੀਂ? ਆਪਾਂ ਕਲੀਅਰ ਹੋ ਗਿਆ? ਪਤਾ ਲੱਗ ਗਿਆ ਫੋਰਥ ਆਨਸਰ ਕਿਉਂ ਆਇਆ? Next, on which day of the week starting from Monday ending on Sunday of the same day did Shashant visit Chennai? ਉਹ ਕਹਿੰਦਾ ਸ਼ਸ਼ਾਂਤ ਨੇ ਚੇਨਈ ਕਦੋਂ ਗਿਆ? ਉਹ ਕਿਸ ਡੇ ਤੇ, ਵੀਕ ਦੇ, ਜੋ ਕਿ ਸਟਾਰਟ ਹੁੰਦਾ ਮੰਡੇ ਐਂਡ ਹੁੰਦਾ ਸੰਡੇ ਤੋਂ। ਸੋ ਕਿਸ ਡੇ ਨੂੰ ਗਿਆ? ਸੋ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ ਤੇ ਸੰਡੇ। ਠੀਕ ਹੈ, ਕਿਸ ਡੇ ਹੋ ਗਿਆ? ਚੈੱਕ ਕਰਾਂਗੇ ਫਿਰ ਆਪਾਂ। ਯੈਸ ਔਰ ਨੋ? ਦੇਖੋ ਸ਼ਸ਼ਾਂਤ ਕਿਸ ਦਿਨ ਗਿਆ? ਪਹਿਲੇ ਨਾ ਜੀ ਦੇਖੀਏ ਆਪਾਂ, ਸ਼ਸ਼ਾਂਤ ਵਿਜ਼ਿਟਡ ਚੇਨਈ 2 days ਆਫਟਰ ਹਿਜ਼ ਬ੍ਰਦਰ ਵਿਜ਼ਿਟਡ ਚੇਨਈ। ਸੋ ਸਿਰਫ ਇੰਨੇ ਨਾਲ ਆਪਾਂ ਆਨਸਰ ਦੇ ਦਾਂਗੇ। ਉਹ ਕਹਿੰਦਾ ਜਿਸ ਦਿਨ ਉਹਦਾ ਬ੍ਰਦਰ ਗਿਆ, ਉਹ ਤੋਂ 2 ਦਿਨ ਬਾਅਦ ਉਹ ਸ਼ਸ਼ਾਂਤ ਗਿਆ। ਕੀ ਆਪਾਂ ਆਨਸਰ ਪਹਿਲੇ ਨਾ ਦੇ ਸਕਦੇ ਹਾਂ? ਜੇ ਲੈਟਸ ਸਪੋਜ਼ ਉਹਦਾ ਬ੍ਰਦਰ ਗਿਆ ਮੰਡੇ ਨੂੰ, ਤਾਂ ਸ਼ਸ਼ਾਂਤ 2 ਦਿਨ ਬਾਅਦ ਥਰਸਡੇ ਨੂੰ ਜਾ ਸਕਦਾ ਹੈ, ਟਿਊਜ਼ਡੇ ਨੂੰ ਗਿਆ ਤਾਂ ਫਰਾਈਡੇ ਨੂੰ ਜਾ ਸਕਦਾ, ਵੈਡਨਸਡੇ ਨੂੰ ਗਿਆ ਤਾਂ ਸੈਟਰਡੇ ਨੂੰ ਜਾ ਸਕਦਾ, ਥਰਸਡੇ ਨੂੰ ਗਿਆ ਤਾਂ ਸੰਡੇ ਨੂੰ ਜਾ। ਕਾਫੀ ਸਾਰੇ ਆਪਸ਼ਨਸ ਬਣਦੇ, ਸਾਡੇ ਕੋਲ ਆਨਸਰ ਥੋੜੀ ਆ ਜਾਏਗਾ ਇੰਨਾ। Shashank did not visit Chennai either on Wednesday or Friday. So Wednesday ਨੂੰ ਨਹੀਂ ਗਿਆ ਸ਼ਸ਼ਾਂਤ, ਤੇ ਫਰਾਈਡੇ ਨੂੰ ਵੀ ਨਹੀਂ ਗਿਆ। ਅੱਛਾ, ਵੈਡਨਸਡੇ ਨੂੰ ਨਹੀਂ ਗਿਆ, ਫਰਾਈਡੇ ਨੂੰ ਨਹੀਂ ਗਿਆ, ਹੱਲੇ ਵੀ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਬਣਦੇ ਆ। ਹੁਣ ਜੇ ਆਪਾਂ ਦੋਨਾਂ ਨੂੰ ਐਡ ਕਰ ਦਈਏ ਤਾਂ ਵੀ ਸਾਡੇ ਕੋਲ ਕੋਈ ਆਨਸਰ ਬਣੇਗਾ। ਲੈਟਸ ਸਪੋਜ਼ ਸ਼ਸ਼ਾਂਤ ਮੰਡੇ ਨੂੰ ਗਿਆ, 2 ਦਿਨ ਛੱਡ ਕੇ ਥਰਸਡੇ ਜਾ ਸਕਦਾ, ਟਿਊਜ਼ਡੇ ਨੂੰ ਗਿਆ 2 ਦਿਨ ਛੱਡ ਕੇ, ਫਰਾਈਡੇ ਨੂੰ ਤਾਂ ਨਹੀਂ, ਬਟ ਉਹ ਵੈਡਨਸਡੇ ਨੂੰ ਗਿਆ ਤਾਂ 2 ਦਿਨ ਛੱਡ ਕੇ ਸੰਡੇ ਨੂੰ, ਹੱਲੇ ਵੀ ਕਿਸੇ ਵੀ ਦਿਨ ਜਾ ਸਕਦਾ। ਸ਼ਸ਼ਾਂਤ ਜਿਹੜਾ ਹੈ ਉਹ ਨਹੀਂ ਗਿਆ ਵੈਡਨਸਡੇ ਫਰਾਈਡੇ, ਉਹਦਾ ਬ੍ਰਦਰ ਕਦੋਂ ਵੀ ਜਾ ਸਕਦਾ, ਤੇ ਉਹਦੇ ਫਿਰ ਉਹ ਤੋਂ 2 ਦਿਨ ਬਾਅਦ ਕਿਤੇ ਵੀ ਜਾ ਸਕਦਾ। ਸੋ ਸਟਿਲ ਇੱਥੇ ਆਪਾਂ ਆਨਸਰ ਕੀ ਟਿਕ ਕਰਾਂਗੇ? ਫੋਰਥ, ਕਿਉਂਕਿ ਆਨਸਰ ਸਾਡਾ ਹੱਲੇ ਵੀ ਕਨਫਰਮ ਨਹੀਂ ਹੋਇਆ। ਟੁਵਰਡਸ ਵਿਚ ਡਾਇਰੈਕਸ਼ਨ ਇਜ਼ P ਵਿਦ ਰਿਸਪੈਕਟ ਟੂ ਦ ਸਟਾਰਟਿੰਗ ਪੁਆਇੰਟ। ਠੀਕ ਹੈ, ਸੋ P ਕਹਿੰਦਾ ਸਟਾਰਟਿੰਗ ਪੁਆਇੰਟ ਦੇ ਹਿਸਾਬ ਨਾਲ ਕਿਸ ਡਾਇਰੈਕਸ਼ਨ ਵੱਲ ਹੈ। ਦੇਖ ਲੈਂਦੇ P ਵਾਕਡ 20 ਮੀਟਰ। ਠੀਕ ਹੈ, P 20 ਮੀਟਰ ਵਾਕ ਕਰਦਾ। ਕੀ ਦੱਸਿਆ ਕਿੱਧਰ ਨੂੰ ਵਾਕ ਕਰਦਾ? ਨਹੀਂ, ਕਿੱਧਰ ਨੂੰ ਲੈ ਲਈਏ? ਕਿੱਧਰ ਵੀ ਲੈ ਲਈਏ, ਲੈਟਸ ਸਪੋਜ਼ ਇੱਧਰ ਨੂੰ ਲੈ ਲਿਆ 20 ਮੀਟਰ। ਟੁਕ ਏ ਰਾਈਟ ਟਰਨ ਐਂਡ ਵਾਕ 30 ਮੀਟਰ। ਹੁਣ ਇੱਧਰ ਨੂੰ ਰਾਈਟ ਟਰਨ ਲੈ ਲਿਆ 30 ਮੀਟਰ। ਅਗੇਨ ਟੁਕ ਏ ਰਾਈਟ ਟਰਨ ਐਂਡ ਵਾਕ 20 ਮੀਟਰ। ਅਗੇਨ ਉਹ ਰਾਈਟ ਟਰਨ ਲੈ ਲੈਂਦਾ, ਨੀਚੇ ਨੂੰ ਜਾਏਗਾ 20 ਮੀਟਰ, ਇੱਥੇ ਆ ਜਾਏਗਾ ਟੂਵਰਡਸ ਵੈਸਟ, ਮਤਲਬ ਨੀਚੇ ਨੂੰ ਜਾ ਰਿਹਾ ਫਿਰ ਉਹ। ਯੈਸ ਔਰ ਨੋ? ਤੇ ਨੀਚੇ ਨੂੰ ਕਹਿੰਦਾ ਹੈ ਕਿ ਉਹ 20 ਮੀਟਰ ਨੀਚੇ ਨੂੰ ਰਾਈਟ ਟਰਨ ਲੈ ਕੇ ਵੈਸਟ ਵੱਲ ਜਾ ਰਿਹਾ। ਸੋ ਦੈਟ ਮੀਨਸ ਨੀਚੇ ਵੈਸਟ ਹੋਏਗਾ, ਤੇ ਇਹਦੇ ਉੱਪਰ ਕੀ ਹੋਏਗਾ ਫਿਰ? ਇੱਧਰਲੀ ਸਾਈਡ ਈਸਟ। ਕੁਝ ਸਮਝ ਆ ਰਿਹਾ ਕਿ ਨਹੀਂ? ਸੋ ਨੀਚੇ ਵੈਸਟ ਹੈ, ਇੱਧਰਲੀ ਸਾਈਡ ਈਸਟ ਹੈ। ਯਾਦ ਰੱਖਣਾ ਵੈਸਟ ਸਾਡੀ ਲੈਫਟ ਹੈਂਡ ਸਾਈਡ ਹੁੰਦਾ, ਈਸਟ ਸਾਡੀ ਰਾਈਟ ਹੈਂਡ ਸਾਈਡ ਹੁੰਦਾ। ਤੇ ਜੇ ਇੱਧਰ ਸਾਡੇ ਲੈਫਟ ਹੋਏ, ਇੱਧਰ ਸਾਡਾ ਰਾਈਟ ਹੋਏ, ਤਾਂ ਇੱਧਰ ਫਰੰਟ ਹੋ ਜਾਏਗਾ ਸਾਡਾ। ਇਹ ਨਾਰਥ ਹੋ ਗਿਆ, ਫਿਰ ਇੱਧਰ ਕੀ ਹੋਏਗਾ? ਸਾਊਥ। ਕੀ ਇਹ ਸਮਝ ਆਉਂਦਾ? ਯੈਸ ਔਰ ਨੋ? ਇਹਨੂੰ ਤੁਸੀਂ ਸਿੱਧਾ ਕਰਨਾ, ਹੁਣ ਆਰਾਮ ਨਾਲ ਸਿੱਧਾ ਕਰ ਸਕਦੇ ਹੋ। ਸੋ ਬੇਸਿਕਲੀ 20 ਮੀਟਰ ਪਹਿਲਾਂ ਕਿੱਧਰ ਗਿਆ? ਈਸਟ, ਫਿਰ 30 ਮੀਟਰ ਗਿਆ ਸਾਊਥ, ਫਿਰ 20 ਮੀਟਰ ਇੱਧਰ ਵੈਸਟ ਗਿਆ ਹੋਏਗਾ। ਯੈਸ ਔਰ ਨੋ? ਨਹੀਂ ਸਮਝ ਆ ਰਿਹਾ? ਆ ਰਿਹਾ ਕਿ ਨਹੀਂ? ਸੁਣ, P ਇੱਥੇ ਖੜਾ, ਸਟਾਰਟਿੰਗ ਪੁਆਇੰਟ ਇੱਥੇ। ਉਹ ਕਹਿੰਦਾ ਹੈ ਟੁਵਰਡਸ ਵਿਚ ਡਾਇਰੈਕਸ਼ਨ ਇਜ਼ P ਵਿਦ ਰਿਸਪੈਕਟ ਟੂ ਸਟਾਰਟਿੰਗ ਪੁਆਇੰਟ। ਸਟਾਰਟਿੰਗ ਪੁਆਇੰਟ ਤੋਂ P ਕਿੱਥੇ ਹੈ? ਸਾਊਥ ਵੱਲ ਹੈ। ਸੋ ਸਾਡਾ ਫਸਟ ਨਾਲ ਆਨਸਰ ਆ ਗਿਆ। ਆ ਗਿਆ ਕਿ ਨਹੀਂ ਆਇਆ? ਸਮਝ ਆ ਰਿਹਾ ਕਿ ਨਹੀਂ? ਨੈਕਸਟ ਕੁਐਸਚਨ ਦੇਖਦੇ ਹਾਂ, ਨੈਕਸਟ ਸੀਕੁਐਂਸ ਦੇਖਦੇ ਹਾਂ। ਉਹ ਕਹਿੰਦਾ P ਵਾਕਡ 30 ਮੀਟਰਸ। P 30 ਮੀਟਰ ਗਿਆ, ਹੁਣ ਪਤਾ ਨਹੀਂ ਕਿੱਧਰ ਨੂੰ ਗਿਆ, ਫਿਰ ਉੱਪਰ ਨੂੰ ਲੈ ਲੈਂਦੇ ਹਾਂ 30 ਮੀਟਰ। ਟੁਕ ਏ ਲੈਫਟ ਟਰਨ ਐਂਡ ਵਾਕ 20 ਮੀਟਰ। ਤੋਂ ਲੈਫਟ ਟਰਨ ਲਈ ਇੱਧਰ ਨੂੰ 20 ਮੀਟਰ ਗਿਆ। ਅਗੇਨ ਟੁਕ ਏ ਲੈਫਟ ਟਰਨ ਐਂਡ ਵਾਕ 30 ਮੀਟਰ। ਹੁਣ ਫਿਰ ਲੈਫਟ ਲਈ 30 ਮੀਟਰ ਗਿਆ ਟੂਵਰਡਸ ਈਸਟ। ਹੁਣ ਇੱਧਰਲੀ ਸਾਈਡ ਕੀ ਹੈ? ਈਸਟ। ਸਮਝ ਰਹੇ ਹੋ ਕਿ ਨਹੀਂ? ਫਿਰ ਉੱਪਰ ਕੀ ਹੋਏਗਾ? ਵੈਸਟ। ਸੋ ਇੱਧਰ ਸਾਡਾ ਫਿਰ ਕੀ ਹੋਏਗਾ? ਲੈਫਟ। ਇੱਧਰ ਕੀ ਹੋਏਗਾ? ਰਾਈਟ। ਇੱਧਰ ਕੀ ਹੋਏਗਾ? ਫਿਰ ਨਾਰਥ। ਇੱਧਰ ਕੀ ਹੋਏਗਾ? ਸਾਊਥ। ਕੀ ਸਮਝ ਆ ਰਿਹਾ ਕਿ ਨਹੀਂ? ਹੁਣ ਜਿਹਨੂੰ ਸਿੱਧਾ ਕਰਨਾ ਹੋਵੇ, ਉੱਪਰ ਨਾਰਥ ਹੈ, ਸੋ ਉਹ ਇੱਥੋਂ ਸਟਾਰਟ ਹੋਇਆ, ਪਹਿਲਾਂ ਕਿੱਧਰ ਗਿਆ? ਵੈਸਟ ਵੱਲ, ਫਿਰ ਨੀਚੇ ਗਿਆ 20, ਫਿਰ ਇੱਧਰ ਗਿਆ ਈਸਟ ਵੱਲ 30।
ਆ ਸਮਝ ਪਾ ਰਹੇ ਹੋ ਕਿ ਨਹੀਂ? ਹੁਣ ਪੀ ਇੱਥੇ ਖੜਾ ਹੈ, ਇੱਧਰ ਸਾਊਥ ਹੈ, ਇੱਧਰ ਈਸਟ ਹੈ, ਇੱਧਰ ਵੈਸਟ ਹੈ। ਹੁਣ ਆਪਾਂ ਦੱਸ ਸਕਦੇ ਹਾਂ ਕਿ ਵੈਸੇ ਤਾਂ ਇੱਥੋਂ ਵੀ ਪਤਾ ਲੱਗ ਜਾਏਗਾ ਕਿ ਇੱਧਰ ਸੌਰੀ ਇੱਥੇ ਸੀ ਪੀ ਇੱਥੇ ਆ ਗਿਆ ਸੀਗਾ ਨਾ ਇੱਧਰ ਨੂੰ, ਸੋ ਸਾਊਥ ਵੱਲ ਹੀ ਜਾ ਰਿਹਾ ਇੱਧਰ ਨੂੰ, ਮਤਲਬ ਆ ਬਣਾਉਣ ਦੀ ਲੋੜ ਨਹੀਂ ਹੈ ਤੁਹਾਨੂੰ। ਸੋ ਤੁਹਾਨੂੰ ਉਹਦਾ ਪਤਾ ਲੱਗ ਜਾਏ ਚਲੋ ਇੱਧਰ ਕਿੱਧਰ ਨੂੰ ਜਾ ਰਿਹਾ ਉਹ, ਸਾਊਥ ਵੱਲ। ਹੁਣ ਉਹ ਸਾਊਥ ਵੱਲ ਖੜਾ ਹੈ, ਟੂਵਰਡਸ ਵਿਚ ਡਾਇਰੈਕਸ਼ਨ ਇਜ਼ ਪੀ ਵਿਦ ਰਿਸਪੈਕਟ ਟੂ ਸਟਾਰਟਿੰਗ ਪੁਆਇੰਟ। ਸਟਾਰਟਿੰਗ ਪੁਆਇੰਟ ਤੋਂ ਕਿੱਧਰ ਹੈ ਪੀ, ਸਾਊਥ ਵੱਲ। ਸੋ ਆਂਸਰ ਸੈਕਿੰਡ ਨਾਲ ਵੀ ਆ ਗਿਆ। ਸੋ ਹੁਣ ਜੇ ਫਸਟ ਨਾਲ ਵੀ ਆ ਗਿਆ ਇੰਡੀਵਿਜੂਅਲੀ, ਸੈਕਿੰਡ ਨਾਲ ਵੀ ਇੰਡੀਵਿਜੂਅਲੀ ਆ ਗਿਆ, ਦੈਟ ਮੀਨ ਸਾਨੂੰ ਕੁਝ ਐਡ ਕਰਨ ਦੀ ਲੋੜ ਨਹੀਂ ਹੈ। ਸੋ ਇਸ ਕੇਸ 'ਚ ਆਪਣਾ ਫਿਫਥ ਆਂਸਰ ਨਹੀਂ ਹੋਇਆ, ਇਸ ਕੇਸ 'ਚ ਆਪਣਾ ਆਂਸਰ ਕੀ ਹੋਏਗਾ, ਥਰਡ। ਕੀ ਸਮਝ ਆਉਂਦਾ ਹੈ? ਹਾਊ ਇਜ਼ ਕੇ ਰਿਲੇਟਡ ਟੂ ਜ਼ੈਡ? ਕੇ ਦਾ ਰਿਲੇਸ਼ਨਸ਼ਿਪ ਕੀ ਹੈ ਜ਼ੈਡ ਦੇ ਨਾਲ? ਧਿਆਨ ਰੱਖਣਾ, ਕੇ ਦਾ ਰਿਲੇਸ਼ਨਸ਼ਿਪ ਪੁੱਛਿਆ ਜ਼ੈਡ ਦੇ ਨਾਲ, ਆਪਾਂ ਕੇ ਦੱਸਣਾ ਕੌਣ ਹੈ ਜ਼ੈਡ ਦਾ, ਜ਼ੈਡ ਨਹੀਂ ਦੱਸਣਾ ਕੇ ਦਾ ਕੌਣ ਹੈ। Z and P are the only sisters of D. So D ਦੀਆਂ only sisters ਕੌਣ ਹੈ? ਇੱਕ ਹੈ Z ਤੇ ਇੱਕ ਕੌਣ ਹੈ? P। ਇਹਦਾ ਮਤਲਬ ਹੁਣ ਜੇ D ਦਾ ਕੋਈ ਹੋਰ ਹੋਏਗਾ ਤਾਂ ਬ੍ਰਦਰ ਹੀ ਹੋ ਸਕਦਾ, ਸਿਸਟਰ ਨਹੀਂ ਹੋ ਸਕਦੀ। ਹੁਣ ਕੁਐਸਚਨ ਸੀ ਹਾਊ ਇਜ਼ ਕੇ ਰਿਲੇਟ, ਇਹ 'ਚ ਤਾਂ ਕੇ ਆਇਆ ਹੀ ਨਹੀਂ, ਕਿ ਆਪਾਂ ਆਂਸਰ ਦੇ ਸਕਦੇ ਨਹੀਂ, ਫਸਟ ਨਾਲ ਨਹੀਂ ਦੇ ਸਕਦੇ। ਸੈਕਿੰਡ ਹੈ D's ਮਦਰ ਇਜ਼ ਵਾਈਫ ਆਫ K's ਫਾਦਰ। ਜਿਹੜੀ D ਦੀ ਮਦਰ ਹੈ, ਸੋ D ਦੀ ਜਿਹੜੀ ਮਦਰ ਹੈ ਇਜ਼ ਵਾਈਫ ਆਫ K's ਫਾਦਰ, ਉਹ K ਦੇ ਫਾਦਰ ਦੀ ਵਾਈਫ ਹੈ। ਦੈਟ ਮੀਨਸ ਫਿਰ ਡੀ ਤੇ ਕੇ ਆਪਸ 'ਚ ਸਿਬਲਿੰਗ ਹੋ ਗਏ, ਸਿਬਲਿੰਗ ਹੋ ਗਏ ਕਿ ਨਹੀਂ ਹੋਏ? ਡੀ ਦੀ ਮਦਰ ਜੇ ਕੇ ਦੀ ਫਾਦਰ ਦੀ ਵਾਈਫ ਹੈ, ਸੋ ਇਹ ਇਹਦੀ ਮਦਰ ਤੇ ਇਹਦੇ ਫਾਦਰ ਜੇ ਹਸਬੈਂਡ ਵਾਈਫ ਹੈ ਤੇ ਬਟ ਆਬਵੀਅਸ ਹੈ ਫਿਰ ਇਹ ਵੀ ਇਹਦੇ ਆਫਸਪ੍ਰਿੰਗ ਹੀ ਹੋ ਗਏ, ਇਹ ਬੱਚੇ ਹੀ ਹੋ ਗਏ ਉਹਨਾਂ ਦੇ। ਇਹਦਾ ਮਤਲਬ ਹੁਣ ਕੇ ਡੀ ਦਾ ਕੀ ਹੋਏਗਾ, ਬ੍ਰਦਰ ਹੀ ਹੋਏਗਾ ਫਿਰ, ਕਿਉਂਕਿ ਡੀ ਦੀਆਂ ਸਿਰਫ ਦੋ ਫੀਮੇਲਸ। ਅੱਛਾ ਹੁਣ ਇੰਡੀਵਿਜੂਅਲੀ ਜੇ ਮੈਂ ਇਹਨੂੰ ਪੁੱਛਾਂ ਕੱਲਾ ਇਹਦੇ ਨਾਲ, ਕਿ ਇੱਥੇ ਕੇ ਤਾਂ ਆ ਗਿਆ, ਉਹ ਕਹਿੰਦੇ ਹਾਊ ਇਜ਼ ਕੇ ਰਿਲੇਟਡ ਟੂ ਜ਼ੈਡ, ਜ਼ੈਡ ਤਾਂ ਇੱਥੇ ਹੈ ਹੀ ਨਹੀਂ ਕਿਤੇ, ਜ਼ੈਡ ਤਾਂ ਹੈ ਹੀ ਨਹੀਂ ਸੀ, ਸਮਝ ਰਹੇ ਹੋ? ਹੁਣ ਦੋਨਾਂ ਨੂੰ ਐਡ ਕਰੂੰਗਾ ਤਾਂ ਡੀ ਦਾ ਕੇ ਇੱਧਰ ਬ੍ਰਦਰ ਆ ਜਾਏਗਾ, ਠੀਕ ਹੈ, ਇਹਨਾਂ ਦੇ ਕੋਈ ਮਦਰ ਫਾਦਰ ਵੀ ਹੋਊਗੇ। ਕੀ ਇਹ ਸਮਝ ਆ ਰਿਹਾ ਕਿ ਨਹੀਂ? ਬਟ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਕੇ ਕੌਣ ਹੈ ਹੁਣ ਜ਼ੈਡ ਦਾ, ਕੌਣ ਹੈ? ਬ੍ਰਦਰ ਹੈ। ਬਟ ਇਹ ਆਂਸਰ ਕਦੋਂ ਆਇਆ? ਜਦੋਂ ਆਪਾਂ ਦੋਨਾਂ ਨੂੰ ਕੀ ਕੀਤਾ, ਐਡ ਕੀਤਾ। ਸੋ ਆਂਸਰ ਕੀ ਹੈ 5। ਇਹ ਸਮਝ ਆਉਂਦਾ ਹੈ? क्वेश्चन नंबर 6 की है, हु अमंग ए बी सी डी एंड ई इज द टॉलेस्ट? टॉलेस्ट कौन है? यही क्वेश्चन है, पहले ना देखते हैं। ए इज टॉलर देन बी बट शॉर्टर देन सी। ए जिहड़ा है वो टॉलर है कि नालों बी तो बट शॉर्टर है कि तो सी तो। ए जिहड़ा है सी तो छोटा होना चाहिए, बी तो वड्डा। डी इज नॉट द टॉलेस्ट, डी टॉलेस्ट नहीं है। सो डी टॉलेस्ट नहीं है, सो डी नूं आपां कित्थे अरेंज करिए फिर? डी नूं आपां इत्थे भी अरेंज कर सकते, इत्थे भी अरेंज कर सकते, इत्थे भी अरेंज कर सकते। हु अमंग ए बी सी डी ई इज द टॉलेस्ट? टॉलेस्ट कौन है फिर? पता नहीं। हुण डी ते ई नीचे भी तो आ सकते, ई बचे ना, वो हुण कित्थे ऊपर है कि नीचे सानू पता थोड़ी है। सी फस्ट भी हो सकता है। कि साडा फर्स्ट ना आंसर आया नहीं? की समझ आ रहा है कि नहीं? डी टॉलेस्ट नहीं है, डी तो नीचे आ जाएगा, बट ई दा नहीं ना पता कित्थे आएगा। टू पीपल आर टॉलर देन सी, सी तो ऊपर दो जने टॉलर है। सो सी तो ऊपर जो दो जने टॉलर है, वो पता नहीं कौन है, कल्ले इंडिविजुअली तो इन्ना मैं आंसर नहीं दे सकता। कल्ला मैं कहां सी तो दो जने टॉल है तो फिर दो नीचे हो गए, पण किहड़े ऊपर है किहड़े नीचे सानू पता नहीं ना, कल्ले सैकंड दे बेस ते। जे दोनों नू ऐड कर दईए सानू पता है सी तो ऊपर सी तो नीचे, ए ते बी तो कन्फर्म सीगे। हुण दो ऊपर है तो सी तो नीचे ए ते बी कन्फर्म सीगे, दो ऊपर तो फिर डी डी ई ही होऊगे। तो फिर डी मैं फस्ट ते लैके ई नू नीचे नहीं लाऊंगा, ई नू फस्ट ते लैके डी नू नीचे लाऊंगा, क्योंकि लिखिया ना डी इज नॉट द टॉलेस्ट। सो सी तो उत्ते दो तो रखूंगा मैं, बट ये ना मैंने पता लग जाता टॉलेस्ट कौन है, आंसर इज ई। बट ये कदों पता लगा जो मैं दोनों नू की कीता ऐड, की ये क्लीयर होंगे? कन्फ्यूजन तो नहीं कोई? नेक्स्ट क्वेश्चन देख लेने हैं। विच डायरेक्शन इज अली फेसिंग? अली किस डायरेक्शन नू फेस करता है? इफ कैन हु इज करंटली फेसिंग ईस्ट, कैन है जे वो करंटली किधर नू फेस करता है, ईस्ट नू, टर्न्स 90 डिग्री टूवर्ड्स हिज राइट, वो अपने राइट नू 90 डिग्री मूव कर दे, सो इधर नीचे नू आ जाएगा वो। He would face a direction exactly opposite to the direction of Ali, which Ali is facing. So opposite direction ਨੂੰ face ਕਰਦਾ ਹੋਏਗਾ ਜਿੱਥੇ ਅਲੀ ਨੂੰ face ਕਰਦਾ ਹੈਗਾ। So that means ਅਲੀ ਜਿਹੜਾ ਹੈ ਫਿਰ ਉਹ north side face ਕਰਦਾ ਹੋਏਗਾ। ਕੀ ਸਾਡਾ ਫਸਟ ਨਾਲ ਆਨਸਰ ਆ ਗਿਆ? ਬਿਲਕੁਲ ਆ ਗਿਆ। ਕਿਸ ਡਾਇਰੈਕਸ਼ਨ ਨੂੰ ਅਲੀ face ਕਰ ਰਿਹਾ? ਕਿਉਂਕਿ ਉਹ ਕਹਿੰਦਾ ਜਦੋਂ 90 ਡਿਗਰੀ ਮੁੜਿਆ
ਤਾਂ ਫਿਰ ਉਹ ਅਲੀ ਦੇ ਆਪੋਜ਼ਿਟ ਡਾਇਰੈਕਸ਼ਨ ਫੇਸ ਕਰ ਰਿਹਾ, ਤਾਂ ਫਿਰ ਅਲੀ ਫਿਰ ਜੋ ਨੀਚੇ ਨੂੰ ਫੇਸ ਕਰ ਰਿਹਾ ਕਹਿਣ ਤੇ ਅਲੀ ਨੂੰ ਫਿਰ ਉੱਪਰ ਨੂੰ ਦੇਖਣਾ ਚਾਹੀਦਾ ਕਿ ਨਹੀਂ? ਯੈਸ ਔਰ ਨੋ? सेकेंड है प्रिया हु इज़ करंटली फेसिंग साउथ। प्रिया जो है वो करंटली फेसिंग साउथ कर रही है, वॉक्स 1 मीटर, वो 1 मीटर वॉक कर दिया, ठीक है। सो नीचे नहीं करेगी फिर वो, समझ रहे हो कि नहीं? सो फेस कर रहे साउथ ਨੂੰ, अच्छा टर्न्स लेफ्ट लिखे। सो प्रिया हु इज़ करंटली फेसिंग साउथ, करंटली ਉਹਦਾ फेस किधर है? साउथ, टर्न्स लेफ्ट। ਹੁਣ लेफ्ट किधर ਨੂੰ टर्न करेगी? इधरली साइड ਨੂੰ टर्न करेगी एंड वॉक्स 1 मीटर, ਤੇ ਇਧਰ ਨੂੰ ਕਿੰਨਾ ਜਾਂਦੀ ਹੈ? 1 मीटर। याद रखना जो फेस साउथ है तो वह लेफ्ट इधर होएगा, ये समझ रहे हो? 1 मीटर गई एंड टेक्स अ लेफ्ट टर्न अगेन। सो इधर हूँ लेफ्ट टर्न किधर जाएगा? ऊपर ਨੂੰ जाएगा। शी वुड फेस द सेम डायरेक्शन एज अली, वो उधर ਨੂੰ फेस कर रही है जिधर अली। सो ये नॉर्थ ਨੂੰ फेस कर रही है, तो मतलब अली ਦਾ फेस भी नॉर्थ होएगा। फिर ਸੈਕੰਡ ਨਾਲ ਵੀ ਆਨਸਰ ਆ ਗਿਆ, ਫਸਟ ਨਾਲ ਵੀ ਆ ਗਿਆ ਸੀ। ਸੋ ਆਨਸਰ ਕੀ ਟਿਕ ਕਰਾਂਗੇ ਆਪਾਂ? ਥਰਡ। ਕੀ ਕਲੀਅਰ ਹੁੰਦਾ ਹੈ? Did 300 candidates appeared for the written examination for admission into the college X? ਕੀ 300 candidates appear ਹੋਏ written examination ਦੇ ਵਿੱਚ college X ਦੇ ਵਿੱਚ? ਇਹ question ਪੁੱਛਿਆ ਹੈ। First statement ਕਹਿੰਦੇ ਹੈ the principal of the college correctly mentioned that the number of candidates who had appeared for the examination was more than 200। ਉਹ ਕਹਿੰਦਾ ਹੈ ਪ੍ਰਿੰਸੀਪਲ ਕਹਿੰਦਾ ਹੈ ਕਿ ਜਿਹੜੇ ਕੈਂਡੀਡੇਟਸ ਆਏ ਸੀ ਐਗਜ਼ਾਮ ਦੇਣ, ਅਪੀਅਰ ਹੋਏ ਨਾ ਐਗਜ਼ਾਮ ਦੇਣ ਦੇ ਲਈ, ਉਹ 200 ਤੋਂ ਉੱਤੇ ਸੀ। ਕੀ ਸਾਨੂੰ ਪਤਾ ਲੱਗ ਜਾਏਗਾ 300 ਆਏ? 200 ਤੋਂ ਉੱਤੇ ਹੁਣ 205 ਵੀ ਹੋ ਸਕਦੇ, 201 ਵੀ ਹੋ ਸਕਦਾ, 210 ਹੋ ਸਕਦੇ, 15, 405 ਕੁਝ ਵੀ ਹੋ ਸਕਦਾ। 200 ਤੋਂ ਮੋਰ ਦੈਨ 200 ਥੋੜੀ ਕਨਫਰਮ ਕਰਦੇ 300 ਪੇਅਰ ਹੋਏ, ਪਹਿਲੇ ਨਾਲ ਨਹੀਂ ਆਨਸਰ ਆਉਂਦਾ। ਅਕੋਰਡਿੰਗ ਟੂ ਦ ਸਟੈਟਿਸਟੀਕਲ ਰਿਪੋਰਟ ਓਨਲੀ 175 ਕੈਂਡੀਡੇਟਸ ਕੁਡ ਕੁਆਲੀਫਾਈ ਦ ਐਗਜ਼ਾਮੀਨੇਸ਼ਨ। ਉਹ ਕਹਿੰਦਾ ਡਾਟਾ ਦੇ ਹਿਸਾਬ ਨਾਲ ਸਿਰਫ 175 ਲੋਕੀ ਹੀ ਕੁਆਲੀਫਾਈ ਕਰ ਪਾਏ ਐਗਜ਼ਾਮੀਨੇਸ਼ਨ। ਸੋ ਇੱਥੋਂ ਵੀ ਪਤਾ ਨਹੀਂ ਲੱਗਣਾ ਸਾਨੂੰ ਅਪੇਅਰ ਕਿੰਨੇ ਹੋਏ, ਨਹੀਂ ਪਤਾ ਲੱਗਣਾ। ਦੋਨਾਂ ਨੂੰ ਐਡ ਕਰਾਂਗੇ ਤਾਂ ਵੀ ਨਹੀਂ ਪਤਾ ਲੱਗਣਾ। ਸੋ ਆਨਸਰ ਕੀ ਆਏਗਾ? ਫੋਰਥ। ਹਾਊ ਫਾਰ ਇਜ਼ ਪੁਆਇੰਟ P ਫਰੋਮ ਪੁਆਇੰਟ Q? ਜਿਹੜਾ ਪੁਆਇੰਟ P ਹੈ ਉਹ ਪੁਆਇੰਟ Q ਤੋਂ ਕਿੰਨੀ दूर है? हाउ फार का मतलब ऑल द पॉइंट्स लाई ऑन द स्ट्रेट लाइन, सारे स्ट्रेट लाइन ਤੇ ਹੀ ਹੈ। स्ट्रेट लाइन समझते हैं ना? स्ट्रेट लाइन इदा हो सकती है, इदा भी हो सकती है। की समझ आ रहा है? पहला पॉइंट T इज एग्जैक्टली मिडवे बिटवीन पॉइंट P एंड Q। सो ਜਿਹੜਾ पॉइंट T है वो एग्जैक्टली मिडवे है बिटवीन P ਤੇ Q। मिड एग्जैक्टली मिडवे समझते हो कि नहीं? बट हुण ਆਪਾਂ ਇਦਾਂ Q ਲੈ ਕੇ ਇਦਾਂ ਵੀ ਤਾਂ P ਲੈ ਸਕਦੇ ਨਾ, ਤੇ एग्जैक्टली मिडवे ਇੱਥੇ T आ जाएगा। कुछ समझ आ रहा है? दो ऑप्शन मान दे। पॉइंट T इज 5 किलोमीटर टूवर्ड्स द वेस्ट ऑफ पॉइंट R। पॉइंट T जिहड़ा है वो 5 किलोमीटर किधर है? वेस्ट ऑफ R। सो R कोई इधर होएगा किते, फिर पॉइंट ਉਹਦੇ ਵੈਸਟ ਵਿੱਚ पॉइंट T 5 किलोमीटर होएगा। ਹੁਣ ਆਪਾਂ ਨੂੰ ਇਹ ਨਹੀਂ ਪਤਾ R ਤੇ Q, ਮਤਲਬ R ਜ਼ਿਆਦਾ ਇੱਧਰ ਹੈ ਕਿ 5, ਕੀ ਪਤਾ Q ਇੱਧਰ ਹੈ ਨਾ T ਦੇ, ਜਾਂ ਫਿਰ P ਇੱਧਰ ਹੈ T ਦੇ। ਸੋ R ਜਿਹੜਾ ਹੈ ਉਹਦੇ ਇੱਧਰ 5 ਕਿਲੋਮੀਟਰ ਹੈ। ਸੋ ਹੁਣ R ਨਹੀਂ ਨਾ ਪਤਾ ਕਿੰਨੀ ਕੁ ਦੂਰ ਹੋਵੇ ਤਾਂ ਕਿ ਇੱਧਰ T 5 ਕਿਲੋਮੀਟਰ ਚਲਾ ਜਾਏ। ਸੋ P ਤੇ R ਦਾ ਰਿਲੇਸ਼ਨਸ਼ਿਪ ਸਾਨੂੰ ਪਤਾ ਨਹੀਂ ਲੱਗਣਾ। ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਕੀ ਪਤਾ P ਜਿਹੜਾ ਇੱਧਰ ਹੈ ਉਹ 1 ਕਿਲੋਮੀਟਰ ਹੋਵੇ, R ਇੱਧਰ ਕਿੰਨਾ ਹੋਵੇ 5 ਕਿਲੋਮੀਟਰ, ਤਾਂ ਉਹਦੇ T ਇੱਧਰ ਵੈਸਟ 'ਚ 5 ਕਿਲੋਮੀਟਰ ਇੱਧਰ ਆ ਜਾਏ। ਕੀ ਸਮਝ ਆ ਰਿਹਾ ਹੈ? ਸੋ ਫਸਟ ਨਾ ਕੁਐਸਚਨ ਕੀ ਹੈ, ਹਾਊ ਫਾਰ ਇਜ਼ P ਫਰੋਮ Q? P ਜਿਹੜਾ ਹੈ ਉਹ Q ਤੋਂ ਕਿੰਨੀ ਦੂਰ ਹੈ? ਕੁਝ ਪਤਾ ਲੱਗ ਰਿਹਾ ਇੱਥੇ? ਨਹੀਂ। पॉइंट Q इज 2 किलोमीटर टूवर्ड्स द ईस्ट ऑफ R। ਜਿਹੜਾ पॉइंट Q है इज 2 किलोमीटर टूवर्ड ईस्ट ऑफ R, वो R ਦੇ ईस्ट ਵਿੱਚ 2 किलोमीटर है, R ਦੇ ईस्ट 'ਚ 2 किलोमीटर है। सो दैट मीनस ਇੱਧਰ ਤਾਂ R ਦੇ ਵੈਸਟ 'ਚ ਬਣ ਰਿਹਾ Q। ਆ ਤਾਂ ਆਪਸ਼ਨ ਗਲਤ ਹੋ ਗਈ। ਇੰਡੀਵਿਜੂਅਲੀ ਇਕੱਲਾ ਤਾਂ ਇਹਨਾਂ ਆਨਸਰ ਨਹੀਂ ਆਣਾ, ਕਿਉਂਕਿ ਸਿਰਫ ਇੰਨੀ ਇਨਫੋਰਮੇਸ਼ਨ ਦੇ ਵਿੱਚ P ਤਾਂ ਦਿੱਤਾ ਹੀ ਨਹੀਂ ਹੈ। ਕੀ ਸਮਝ ਆ ਰਿਹਾ ਕਿ ਨਹੀਂ? ਬਟ ਜੇ ਆਪਾਂ ਦੋਨਾਂ ਨੂੰ ਐਡ ਕਰ ਦਈਏ ਤਾਂ ਆਪਾਂ ਨੂੰ ਇਹ ਸਮਝ ਆਉਂਦਾ ਹੈ ਕਿ ਬੇਸਿਕਲੀ R ਤੋਂ ਉਧਰ ਮੈਂ ਚਲਾ ਜਾਵਾਂ Q ਆ ਜਾਂਦਾ ਹੈ 2 ਕਿਲੋਮੀਟਰ, ਤੇ R ਦੇ ਵੈਸਟ ਵਿੱਚ ਕੌਣ ਸੀਗਾ? T ਸੀਗਾ। ਇੱਥੇ ਕੌਣ ਆ ਜਾਂਦਾ? T। ਇੱਧਰ ਕਿੰਨਾ ਸੀ? 5, ਆ ਟੋਟਲ 7 ਹੋ ਗਿਆ ਫਿਰ T ਤੋਂ Q ਤੱਕ। ਤੇ T ਤਾਂ P ਜਿਹੜਾ ਸੀ ਨਾ ਉਹ ਮਿਡਵੇ ਸੀ। ਸੋ ਇੱਧਰ ਜੇ Q ਹੈ ਇੱਥੇ ਤੱਕ ਇਹ ਮਿਡਵੇ ਹੈ, ਸੋ ਇੱਧਰ 7 ਹੈ ਤੇ ਇੱਧਰ ਵੀ 7 ਹੀ ਹੋਏਗਾ ਫਿਰ 90। ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? आई होप ਤੁਹਾਨੂੰ समझ आ रहा है। ठीक है, R ਦੇ ईस्ट साइड Q है ਤੇ ਵੈਸਟ ਸਾਈਡ T है। ਇੱਧਰ ਨੂੰ 2 ਹੈ ਤੇ ਇੱਧਰ ਨੂੰ 5 ਹੈ, ਮਤਲਬ T ਤੋਂ ਲੈ ਕੇ Q ਤੱਕ ਦਾ 7 ਹੋ ਗਿਆ। ਫਿਰ ਹੁਣ T ਤੇ Q ਜਿਹੜਾ ਸੀ
ਸੌਰੀ ਟੀ ਸੀ ਉਹ ਜਿਹੜਾ ਪੀ ਤੇ ਕਿਊ ਦੇ ਕਿੱਥੇ ਸੀ, ਮਿਡਵੇ ਸੀ। ਸੋ ਦੈਟ ਮੀਨਸ ਜੇ ਇੱਥੇ 7 ਹੈ ਤਾਂ ਟੀ ਤੋਂ ਇੱਧਰ ਵੀ ਤਾਂ 7 ਹੀ ਹੋਣਾ ਚਾਹੀਦਾ ਫਿਰ। ਸੋ ਕੀ ਮੈਂ ਹੁਣ ਪੀ ਤੋਂ ਕਿਊ ਤੱਕ ਦਾ ਡਿਸਟੈਂਸ ਦੱਸ ਸਕਦਾ? ਬਟ ਇਹ ਕਦੋਂ ਆਨਸਰ ਆਇਆ? ਜਦੋਂ ਆਪਾਂ ਦੋਨਾਂ ਨੂੰ ਐਡ ਕੀਤਾ, 5th ਆਨਸਰ ਆਇਆ ਇਹਦਾ। ਇਹ ਕੁਐਸਚਨ ਹੋਰ ਚੈੱਕ ਕਰਦੇ ਹਾਂ। ਹਾਊ ਮੈਨੀ ਬ੍ਰਦਰਸ ਡਸ ਏ ਹੈਵ? ਏ ਦੇ ਕਿੰਨੇ ਬ੍ਰਦਰ ਹੈ? ਏ ਹੂ ਇਜ਼ ਬੀਜ਼ ਬ੍ਰਦਰ ਹੈਜ਼ 2 ਸਿਬਲਿੰਗ। ਏ ਜੋ ਕਿ ਬੀ ਦਾ ਕੌਣ ਹੈ? ਬ੍ਰਦਰ ਹੈ। ਉਹਨਾਂ ਦੇ 2 ਸਿਬਲਿੰਗ ਹੈ। ਦੋ, ਇੱਕ ਤਾਂ ਬੀ ਹੋ ਗਿਆ, ਇੱਕ ਹੋਰ ਹੋਏਗਾ ਫਿਰ। ਬਟ ਉਹ ਤੋਂ ਸਾਨੂੰ ਪਤਾ ਥੋੜੀ ਲੱਗਣਾ ਕਿ ਉਹ ਜਿਹੜੇ ਉਹਦਾ ਸਿਬਲਿੰਗ ਹੈ ਉਹ ਮੇਲ ਹੈ ਕਿ ਫੀਮੇਲ ਹੈ। ਸਿਬਲਿੰਗ ਹੁੰਦੇ ਰੀਅਲ ਬ੍ਰਦਰ ਸਿਸਟਰ, ਬਟ ਉਹ 'ਚ ਤਾਂ ਬ੍ਰਦਰ ਵੀ ਹੁੰਦਾ ਤੇ ਸਿਸਟਰ ਵੀ ਹੁੰਦਾ। ਯੈਸ ਔਰ ਨੋ? D is brother of A and is youngest in the family। D ਜਿਹੜਾ ਹੈ ਉਹ A ਦਾ ਬ੍ਰਦਰ ਹੈ। ਸੋ D ਹੈ ਜਿਹੜਾ ਬ੍ਰਦਰ ਹੈ A ਦਾ, ਤੇ ਉਹ ਯੰਗੈਸਟ ਹੈ ਫੈਮਿਲੀ 'ਚ ਹਲੇ, ਬਟ B ਨਹੀਂ ਨਾ ਪਤਾ ਲੱਗਾ ਉਹਦਾ ਬ੍ਰਦਰ ਹੈ ਕਿ ਨਹੀਂ। ਸੋ ਹਾਊ ਮੈਨੀ ਬ੍ਰਦਰ ਡਜ਼ A ਹੈਵ? A ਦੇ ਕਿੰਨੇ ਬ੍ਰਦਰ ਹੈ? ਇੱਕ D ਤਾਂ ਕਨਫਰਮ ਹੈ, ਬਟ ਦੂਸਰਾ B ਪਤਾ ਨਹੀਂ ਕਿਉਂ, ਕਿਉਂਕਿ ਇੱਦਾਂ ਲਿਖਿਆ ਸੀ A who is B's brother has 2 siblings। A ਜੋ ਕਿ B ਦਾ ਬ੍ਰਦਰ ਹੈ। ਸੋ A B ਦਾ ਬ੍ਰਦਰ ਹੈ, B ਹੁਣ A ਦੀ ਕੀ ਹੈ, ਸਿਸਟਰ ਹੈ ਕਿ ਬ੍ਰਦਰ ਹੈ, ਥੋੜੀ ਪਤਾ ਹੈ ਸਾਨੂੰ। ਜੇ ਆਪਾਂ ਦੋਨੋਂ ਨੂੰ ਐਡ ਵੀ ਕਰ ਦਈਏ ਤਾਂ ਵੀ ਸਾਡਾ ਆਨਸਰ ਨਹੀਂ ਆਉਂਦਾ, ਤਾਂ ਵੀ ਨਹੀਂ ਦੱਸ ਸਕਦੇ ਆਪਾਂ ਇਹਦੇ ਕਿੰਨੇ ਬ੍ਰਦਰ ਹੈ। ਕੀ ਸਮਝ ਆਉਂਦਾ ਹੈ? ਕਨਫਿਊਜ਼ਨ ਤਾਂ ਨਹੀਂ? ਸੋ ਇਹ ਸਾਡਾ ਕੰਪਲੀਟ ਹੋ ਜਾਂਦਾ ਹੈ ਇੱਥੇ। ਉਸ ਤੋਂ ਬਾਅਦ ਨੈਕਸਟ 11th। ਸੋ ਆਈ ਹੋਪ ਤੁਸੀਂ ਇਹ ਕਰ ਸਕਦੇ ਹੋ ਕੁਐਸਚਨਸ। 12 13 ਸੋ ਇਹ ਸਾਰੇ ਕੁਐਸਚਨਸ ਤੁਸੀਂ ਟਰਾਈ ਕਰ ਸਕਦੇ ਹੋ। ਅੱਛਾ ਹੁਣ ਆ ਇੱਕ ਕੁਐਸਚਨ ਇੰਪੋਰਟੈਂਟ ਹੈ 14th। ਆਰ ਆਲ ਦਾ 4 ਫਰੈਂਡਸ ਅਭੇ, ਕਵਿਤਾ, ਪ੍ਰਸ਼ਾਂਤ ਐਂਡ ਯਾਸਿਰ who are sitting around a circle table facing the center। ਹੁਣ ਜਿਹੜਾ ਕੁਐਸਚਨ ਆਰ ਤੋਂ ਸ਼ੁਰੂ ਹੁੰਦਾ ਹੈ, ਕਿਤੋਂ? ਆਰ ਤੋਂ। ਸੋ ਆਰ ਜਿਹੜੇ ਚਾਰੋਂ ਫਰੈਂਡਸ ਹੈ ਇਹ ਸੈਂਟਰ ਨੂੰ ਫੇਸ ਕਰਦੇ ਆ। ਹੁਣ ਮੈਂ ਜੇ ਕੁਐਸਚਨ ਸਟਾਰਟ ਕਰਾਂ, ਕਵਿਤਾ ਸਿਟ ਸੈਕਿੰਡ ਟੂ ਦ ਲੈਫਟ ਆਫ ਅਭੇ। ਸੋ ਜਿਹੜਾ ਕਿੰਨੇ ਪਰਸਨਸ ਹੈ? 4 ਫਰੈਂਡਸ ਹੈ। ਸੋ 4 ਫਰੈਂਡਸ ਹੀ ਹੈ ਇਹ। ਸੋ ਕਵਿਤਾ ਸਿਟ ਸੈਕਿੰਡ ਟੂ ਦ ਲੈਫਟ ਆਫ ਅਭੇ। ਅਭੇ ਦੇ ਸੈਕਿੰਡ ਲੈਫਟ ਤੇ ਕੌਣ ਹੈ? ਕਵਿਤਾ। ਹੁਣ ਲੈਫਟ ਪਤਾ ਨਹੀਂ ਨਾ ਅਭੇ ਕਿੱਧਰ ਨੂੰ ਫੇਸ ਕਰਦਾ, ਮੇ ਬੀ ਸੈਂਟਰ ਨੂੰ ਫੇਸ ਕਰਦਾ, ਮੇ ਬੀ ਆਊਟਸਾਈਡ ਫੇਸ ਕਰਦਾ, ਬਟ ਜਿੱਧਰ ਨੂੰ ਵੀ ਕਵੇ ਕਵਿਤਾ ਤਾਂ ਇੱਥੇ ਆ ਜਾਏਗੀ, ਕਿਉਂਕਿ ਸੈਕਿੰਡ ਲੈਫਟ ਹੋਵੇ ਜਾਂ ਕਿੱਧਰੋਂ ਵੀ ਹੋਵੇ, ਭਾਵੇਂ ਉਹਦਾ ਫੇਸ ਸੈਂਟਰ ਨੂੰ ਹੋਵੇ ਜਾਂ ਬਾਹਰ ਹੋਵੇ, ਕਵਿਤਾ ਨੇ ਤਾਂ ਇੱਥੇ ਹੀ ਆਉਣਾ ਸੈਕਿੰਡ। ਅਬੇ ਫੇਸਿਸ ਅ ਸੈਂਟਰ, ਚਲੋ ਬਿਲਕੁਲ ਅਬੇ ਫੇਸ ਕਰਦੇ ਸੈਂਟਰ ਨੂੰ, ਦੈਟ ਮੀਨਸ ਕਵਿਤਾ ਲੈਫਟ ਕਲੌਕਵਾਈਜ਼ ਸਾਈਡ ਇੱਥੇ ਆ ਜਾਏਗੀ ਕਵਿਤਾ। ਯਾਸਿਰ ਸਿਟਸ ਟੂ ਦ ਇਮੀਡੀਏਟ ਰਾਈਟ ਆਫ ਅਬੇ ਐਜ਼ ਵੈਲ ਐਜ਼ ਕਵਿਤਾ। ਸੋ ਜਿਹੜਾ ਯਾਸਿਰ ਹੈ ਉਹ ਇਮੀਡੀਏਟ ਰਾਈਟ ਤੇ ਬੈਠਾ ਹੈ। ਯਾਸਿਰ ਜਿਹੜਾ ਹੈ ਉਹ ਇਮੀਡੀਏਟ ਰਾਈਟ ਤੇ ਬੈਠਾ ਹੈ ਅਭੇ ਦੇ ਵੀ ਤੇ ਕਵਿਤਾ ਦੇ ਵੀ। ਸੋ ਯਾਸਿਰ ਜੇ ਇਮੀਡੀਏਟ ਰਾਈਟ ਅਭੇ ਦੇ ਬੈਠਾ ਹੈ ਤਾਂ ਐਂਟੀ ਕਲੌਕਵਾਈਜ਼ ਇੱਧਰ ਆ ਜਾਏਗਾ ਯਾਸਿਰ, ਬਟ ਕਵਿਤਾ ਦੇ ਇਮੀਡੀਏਟ ਰਾਈਟ ਤੇ ਕਿੱਦਾਂ ਬੈਠੇਗਾ? ਸੋ ਕਵਿਤਾ ਦਾ ਫੇਸ ਆਊਟਸਾਈਡ, ਜੇ ਕਵਿਤਾ ਦਾ ਫੇਸ ਸੈਂਟਰ ਨੂੰ ਹੈ ਤਾਂ ਫਿਰ ਤਾਂ ਯਾਸਿਰ ਇੱਧਰ ਆਉਣਾ ਚਾਹੀਦਾ ਹੈ ਇਮੀਡੀਏਟ ਰਾਈਟ, ਬਟ ਕਵਿਤਾ ਦੇ ਇਮੀਡੀਏਟ ਰਾਈਟ ਤਾਂ ਹੋ ਸਕਦਾ ਜੇ ਉਹਦਾ ਫੇਸ ਆਊਟਸਾਈਡ ਹੋਵੇ, ਫਿਰ ਉਹਦਾ ਇੱਧਰ ਨੂੰ ਰਾਈਟ ਹੋ ਜਾਏਗਾ। ਇਹਦਾ ਮਤਲਬ ਫਿਰ ਕਵਿਤਾ ਦਾ ਫੇਸ ਸਾਨੂੰ ਪਤਾ ਲੱਗ ਗਿਆ ਕੀ ਹੈ, ਆਊਟਸਾਈਡ ਹੈ। ਸੋ ਕੀ ਸਾਡੇ ਕੋਲ ਫਸਟ ਦੇ ਹਿਸਾਬ ਨਾਲ ਆਨਸਰ ਆ ਗਿਆ ਕਿ ਨਹੀਂ? ਹੁਣ ਸਾਡੇ ਕੋਲ ਫਸਟ ਦੇ ਹਿਸਾਬ ਨਾਲ ਆਨਸਰ ਆ ਗਿਆ। ਕੀ ਆਨਸਰ ਆ ਗਿਆ? ਕੀ ਕਹਿੰਦਾ ਕਿ ਸਾਰੇ ਫਰੈਂਡਸ ਹੈ ਉਹ ਸੈਂਟਰ ਨੂੰ ਫੇਸ ਕਰਦੇ ਹੈ। ਜੇ ਮੇਰਾ ਇੱਕ ਵੀ ਪਰਸਨ ਮੈਨੂੰ ਇਹ ਪਤਾ ਲੱਗ ਜਾਏ ਕਿ ਸੈਂਟਰ ਨੂੰ ਫੇਸ ਨਹੀਂ ਕਰਦਾ, ਮੇਰਾ ਆਨਸਰ ਆ ਗਿਆ ਨੋ। ਨੋ, ਸਾਰੇ ਫਰੈਂਡਸ ਸੈਂਟਰ ਨੂੰ ਫੇਸ ਨਹੀਂ ਕਰਦੇ। ਕੀ ਸਮਝ ਆ ਰਿਹਾ ਕਿ ਨਹੀਂ? ਫੋਰ ਐਗਜ਼ਾਮਪਲ ਤੁਹਾਨੂੰ ਜੇ ਕੁਐਸਚਨ ਪੁੱਛਿਆ ਗਿਆ ਕਿ ਸਾਰਿਆਂ ਦਾ, ਜੇ ਆ ਸਿਟਿੰਗ ਅਰੇਂਜਮੈਂਟ 'ਚ ਕੁਝ ਪਰਸਨਸ ਬੈਠੇ ਕਿ ਸਾਰਿਆਂ ਦਾ ਫੇਸ ਨਾਰਥ ਵੱਲ ਹੈ, ਕੀ ਸਮਝ ਆ ਰਿਹਾ ਕਿ ਨਹੀਂ? ਸੋ ਲੈਟਸ ਸਪੋਜ਼ ਤੁਸੀਂ ਇੱਥੋਂ ਕਾਊਂਟ ਕਰਨਾ ਸ਼ੁਰੂ ਕਰਤਾ, ਬਟ ਥਰਡ ਪਰਸਨ ਤੁਸੀਂ ਚੈੱਕ ਕੀਤਾ ਉਹਦਾ ਫੇਸ ਕਿੱਧਰ ਸੀ? ਸਾਊਥ। ਤੁਹਾਨੂੰ ਅੱਗੇ ਕੁਝ ਵੀ ਚੈੱਕ ਕਰਨ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਕੁਐਸਚਨ ਸੀ ਆਰ ਆਲ ਦ ਫਰੈਂਡਸ ਫੇਸਿੰਗ ਸਾਊਥ, ਸੌਰੀ ਫੇਸਿੰਗ ਨਾਰਥ। ਜਿੱਦੇ ਤੁਹਾਡਾ ਇੱਕ ਵੀ ਪਰਸਨ ਦਾ ਫੇਸ ਤੁਸੀਂ ਦੇਖ ਲਿਆ ਕਿੱਧਰ ਹੈ, ਸਾਊਥ ਹੈ, ਤੁਸੀਂ ਕਹੋਗੇ ਜੀ ਨੋ, ਮੇਰੇ ਕੋਲ ਆਨਸਰ ਆ ਗਿਆ ਨੋ, ਆਲ ਦਾ ਫਰੈਂਡਸ ਆਰ ਨਾਟ ਫੇਸਿੰਗ ਸਾਊਥ। ਸੋ ਦੈਟ ਮੀਨਸ ਆਨਸਰ ਤੁਹਾਡਾ ਹੋਵੇ ਨੋ ਹੋਵੇ, ਭਾਵੇਂ ਆਨਸਰ ਤੁਹਾਡਾ ਯੈਸ ਹੋਵੇ, ਆਨਸਰ ਤਾਂ ਤੁਹਾਡੇ ਕੋਲ ਤਾਂ ਹੀ ਹੋਏਗਾ ਜੇ ਤੁਹਾਡੇ ਕੋਲ ਡੈਫੀਨੇਟਲੀ ਆਨਸਰ ਹੈਗਾ। ਕਦੋਂ ਤੁਸੀਂ ਇੱਥੇ ਕਹੋਗੇ ਕਿ ਮੇਰੇ ਕੋਲ ਆਨਸਰ ਨਹੀਂ ਹੈ? ਸੋ ਜਦੋਂ ਤੁਹਾਡੇ ਕੋਲ ਆਨਸਰ ਦੇਣ ਦੇ ਲਈ ਆਪਸ਼ਨ ਹੀ ਨਾ ਹੋਵੇ। ਸਮਝ ਰਹੇ ਹੋ ਕਿ ਨਹੀਂ? ਸੋ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਸਾਰੇ ਫਰੈਂਡਸ ਨਾਰਥ ਨੂੰ ਫੇਸ ਕਰ ਰਹੇ ਆ, ਕਿ ਉਹਨਾਂ 'ਚੋਂ ਕੋਈ ਸਾਊਥ ਵੱਲ ਵੀ ਹੈਗਾ। ਸੋ ਤੁਸੀਂ ਡਾਟਾ ਇਨਐਡਿਕੁਏਟ ਜੇ ਆ ਰਿਹਾ, ਸਮਝ ਰਹੇ ਹੋ ਕਿ ਨਹੀਂ? ਫਿਰ ਤੁਸੀਂ ਕਹੋਗੇ ਮੈਂ ਨਹੀਂ ਦੱਸ ਸਕਦਾ, ਨਾ ਪਹਿਲੇ ਨਾ ਦੱਸ ਸਕਦਾ, ਨਾ ਦੂਜੇ ਨਾਲ ਦੱਸ ਸਕਦਾ, ਜਾਂ ਫਿਰ ਦੋਨੋਂ ਨੂੰ ਐਡ ਕਰਾਂ ਤਾਂ ਹੀ ਦੱਸ ਸਕਦਾ, ਉਹ ਗੱਲ ਅਲੱਗ ਹੈ। ਕੀ ਸਮਝ ਆ ਰਿਹਾ? ਜਿਹੜੇ ਕੁਐਸਚਨ ਕਿੱਥੋਂ ਸ਼ੁਰੂ ਹੁੰਦੇ ਆ? ਆਰ ਤੋਂ। ਯਾਦ ਰੱਖੋ ਤੁਸੀਂ, ਭਾਵੇਂ ਉਹਦਾ ਆਨਸਰ ਕੀ ਆ ਜਾਏ ਯੈਸ, ਭਾਵੇਂ ਉਹਦਾ ਆਨਸਰ ਕੀ ਆ ਜਾਏ ਨੋ, ਦੋਨੇ ਹੀ ਕੇਸ ਦੇ ਵਿੱਚ ਆਨਸਰ ਕੀ ਹੈ? ਸਹੀ ਹੈ। ਕੀ ਇਹ ਸਮਝ ਆਇਆ? ਇੱਕ ਆ ਕੁਐਸਚਨ ਹੈ ਇਜ਼ ਆਰ ਦਾ ਗ੍ਰੈਂਡ ਡਾਟਰ ਆਫ ਸੀ। ਇਹ ਹੁਣ ਕਿੱਥੋਂ ਸ਼ੁਰੂ ਹੋਇਆ? ਇਜ਼ ਤੋਂ।
इज होवे भावें आर होवे, ਇਹ क्वेश्चन है ना, इज आर ग्रैंड डॉटर ऑफ सी, की आर ग्रैंड डॉटर है सी दी। सो असी अगेन आंसर के दसना है यस या फिर नो च। सानू ये नहीं पूछा आर कौन है सी दी, कि ये पूछा हाउ इज आर रिलेटेड टू सी, नहीं पूछा। की पूछा इज आर ग्रैंड मदर ऑफ सी, ग्रैंड डॉटर ऑफ सी। लेट्स सपोज आर ग्रैंड डॉटर ऑफ सी, सो जे आर ग्रैंड डॉटर ऑफ सी नहीं बन रहा, सी बन रहा है ग्रैंड डॉटर ऑफ आर, ठीक है। लेट्स सपोज कि मेरा आंसर आ गया इज आर ग्रैंड डॉटर ऑफ सी, मेरा आंसर यस आ गया। सो मेरा आंसर की है नो, मैं कहूँगा आर इज नॉट ग्रैंड डॉटर ऑफ सी। ये समझ आया। कई बार बच्चे की करते हैं जे ना आर आया नहीं ग्रैंड डॉटर ऑफ सी, सी दी कोई मदर या सन का कोई, सॉरी सी दी सन या डॉटर तक आर सन या डॉटर होनी चाहिए है, ਤਾਂ ਹੀ ग्रैंड डॉटर बनेगी। जब तक ये आया नहीं तब तक वो जे आ जाए फिर तो वो कहते सर जी आंसर आ गया, जे ना आवे तो फिर वो आंसर गलत कर देंगे। बट जे वो आंसर इदा आ जाए कि आर ओदी मदर बन रही लेट्स सपोज सी दी, तो सानू पता लग जाएगा ना आर इज़ नॉट ग्रैंड डॉटर ऑफ सी, तो भी तो साडा आंसर आ ही गया। कि समझ आ रहा है कि नहीं। सो जे मैं तुहानू पूछा कि इस टाइम घड़ी ते किन्ने बजे है, ठीक है। सो नहीं सॉरी मैं इस टाइम पूछा तुहानू घड़ी ते किन्ने बजे, फिर तो तुसीं मैनू एग्जैक्ट टाइम दसोगे। जे मैं तुहानू इदा पूछा कि इस समय 10 बजे, कि इस समय 10 बजे है, तुसी जे बजे होगे तुसी कहोगे यस, जे नहीं बजे होंगे तुसी की कहोगे नो। मैं ये तो नहीं पूछा किन्ने बजे है, मैं की पूछा कि 10 बजे। जे तुसी क्या तुसी मैनू आंसर कदों दस सकते हैं यस और नो, जो तुहानू टाइम पता है। जे एग्जैक्टली 10 बजे तुसी कहोगे हाँ जी सर 10 बजे। जे नहीं बजे लेट्स सपोज 11 बजे हुए या 9 बजे तुसी कहोगे सर नहीं 10 नहीं बजे। दोनों ही केस च मैनू तुसी आंसर कदों दिता, जो तुहानू टाइम पता है। ये समझ आ गया कि नहीं। सो जे तुहानू को टाइम पता ही नहीं है फिर तुसी कहोगे सर पता नहीं मे बी 10 बजे हो सकते, मे बी नहीं बजे हो सकते। ये समझ आ रहा है कि नहीं। मे बी बजे हो सकते, मे बी नहीं बजे हो सकते। सो उस केस तुसी कहोगे सर मैनू आंसर ही नहीं पता। ये समझ आया। सो इत्थे यह क्वेश्चन देख लेने एक बार किस तरह है। वो कहता है द ओनली सिस्टर ऑफ ए इज़ द मदर ऑफ आर्स ब्रदर बी। ए दी जिहड़ी ओनली सिस्टर है जो भी इत्थे होएगी इज़ द मदर ऑफ आर्स ब्रदर बी, वो आर दे ब्रदर बी दी मदर है। सो बेसिकली ए दी जो सिस्टर है वो आर दे ब्रदर दी बी दी मदर है। क्या समझ आ रहा है कि नहीं। सो द ओनली सिस्टर ऑफ ए दी जी ओनली सिस्टर है वाली इज द मदर ऑफ आर्स ब्रदर बी, वो आर दे ब्रदर दी मदर है। सो दैट मीनस आर दी भी मदर होएगी फिर, जी आर दे ब्रदर दी मदर होएगी आर दी भी तो मदर होएगी। क्वेश्चन किसी आर ग्रैंड डॉटर ऑफ सी, इतने तो कुछ पता नहीं लगना। कि समझ आ रहा है कि नहीं। सेकेंड इंफॉर्मेशन की है कि सी द मदर ऑफ ए हैज़ ओनली वन ग्रैंडसन बी। सी जो कि ए दी कौन है मदर है, सी द मदर ऑफ ए हैज़ ओनली वन ग्रैंडसन बी, वो एक कोई ग्रैंडसन है बी, मतलब होर तो फिर कोई ग्रैंडसन नहीं हो सकता। ये समझ आ रहा है कि नहीं। सो हुण जे आपां दोनों इन्ना भी कुछ आंसर नहीं आना, आर तो इत्थे है ही नहीं। बट जे आपां दोनों ऐड कर दिए सो ए दी मदर कौन है सी, जो ए दी मदर होएगी तो ए दी सिस्टर दी भी तो मदर होएगी। ये समझ आ रहा है कि नहीं। तो जी सी का इको ग्रैंडसन है बी, तो फिर बी आ ग्रैंडसन है तो मतलब आर तो फिर ग्रैंडसन नहीं हो सकता, आर की होएगी फिर ग्रैंड डॉटर। बिल्कुल साढ़े को आंसर आ गया। बट ये आंसर कदों आया जो आप दोनों की किया सी ऐड। की ये समझ आया। कुछ पूछना है चो, ठीक है। तुम ये क्वेश्चन सॉल्व करने। क्वेश्चन नंबर 13, Question number 13. A 6-story building consisting of an unoccupied ground floor and 5 floors on the top of the ground floor, numbered 1, 2, 3, 4, 5. Different people A, B, C, D, E who lives on the third floor. Okay, so एक तो ground floor है, उस बाद की है 1, 2,
3 4 ਤੇ 5 ਇਸ ਤਰ੍ਹਾਂ ਦੱਸਿਆ 6 story building ਹੈ ਨਾ unoccupied ground floor and 5 floors so this is unoccupied ਕੋਈ ਨਹੀਂ ਰਹਿੰਦਾ ਇੱਥੇ ਰੈਸਟ A B C D E ਦੇ ਵਿੱਚੋਂ ਥਰਡ ਫਲੋਰ ਤੇ ਕੌਣ ਹੈ ਇਹ ਦੱਸਣਾ ਆਪਾਂ ਫਸਟ ਆਪਸ਼ਨ ਹੈ C lives on an even number floor C even number floor ਤੇ ਰਹਿੰਦਾ ਹੈ ਸੋ even 2 ਤੇ 4 ਦੋ ਆਪਸ਼ਨ ਹੋ ਗਏ A lives immediately above D B lives immediately above A so A lives immediately above D and B lives immediately above A so B A D ਇਕੱਠਾ ਹੋਏਗਾ E does not live on the topmost floor okay ਸਭ ਤੋਂ ਪਹਿਲਾਂ ਆਪਾਂ ਇਹਦੀਆਂ ਦੋ ਆਪਸ਼ਨਸ ਲਵਾਂਗੇ C ਸੈਕੰਡ ਪਲੇਸ ਤੇ ਵੀ ਹੋ ਸਕਦਾ ਹੈ ਫੋਰਥ ਪਲੇਸ ਤੇ ਵੀ ਹੋ ਸਕਦਾ ਹੈ ਸੋ ਹੁਣ ਜੇ ਆਪਾਂ ਇਹਨੂੰ ਕੰਸੀਡਰ ਕਰੀਏ ਤਾਂ ਆ ਤਿੰਨ B D B A D immediately above ਹੈ so this is B this is A and this is D ਇੱਥੇ ਕੌਣ ਆਇਆ ਫਿਰ E in this case this is B A D ਤੇ ਇੱਥੇ ਕੌਣ ਆਇਆ E but the last line says E does not live on the topmost floor so that means ਆ ਗਲਤ ਹੋ ਗਿਆ so this is the order so ਕੀ ਸਾਡਾ ਫਸਟ ਵਾਲਾ ਆਨਸਰ ਆ ਗਿਆ yes definitely ਆ ਗਿਆ ਕੀ ਕਲੀਅਰ ਹੋਇਆ सेकेंड सीक्वेंस चेक करते हैं D lives on odd number सो पहला आप ग्राउंड फ्लोर फर्स्ट सेकेंड थर्ड फोर्थ फिफ्थ इन्हों इंडिविजुअली बनाना है D lives in odd number floor A and B are immediate neighbor of each other A ਤੇ B ਇਕੱਠੇ है similarly C and E are immediate neighbor of each other C ਤੇ E भी ਇਕੱਠੇ है C does not live on an odd number floor C odd number floor ਤੇ ਨਹੀਂ ਰਹਿੰਦਾ so D lives on odd number floor so D odd number floor ਤੇ ਅੱਛਾ ਜੇ ਲਿਖਿਆ C G ਹੈ ਜਿਹੜਾ ਉਹ vacant ਹੈ ਲਿਖਿਆ C does not live on an odd number floor so ਜੇ C odd number floor ਤੇ ਨਹੀਂ ਹੈ ਤਾਂ ਫਿਰ ਕਿੱਥੇ ਹੋਏਗਾ even ਤੇ so C ਦੀ ਆਪਸ਼ਨ ਦੋ ਬਣਦੀ ਹੈ ਜਾਂ ਤਾਂ ਉਹ ਸੈਕੰਡ ਤੇ ਹੋਏਗਾ ਜਾਂ ਕਿੱਥੇ ਹੋਏਗਾ ਫੋਰਥ ਤੇ ਹੁਣ A ਤੇ B ਇਕੱਠੇ ਲੈਣਾ ਹੈ correct D lives on odd number floors D odd number ਤੇ ਹੈ 1 3 ਜਾਂ 5 ਕੋਈ ਵੀ ਹੋ ਸਕਦਾ ਹੈ A ਤੇ B ਇਕੱਠੇ ਹੈ C ਤੇ E ਇਕੱਠੇ ਹੈ C ਦੇ ਨਾਲ E ਹੁਣ ਨੀਚੇ ਵੀ ਆ ਸਕਦਾ ਉੱਪਰ ਵੀ ਆ ਸਕਦਾ ਹੈ ਸੋ C ਇੱਥੇ ਵੀ E ਇੱਥੇ ਵੀ ਆ ਸਕਦਾ A ਵੀ ਉੱਪਰ ਆ ਕੇ D ਨੀਚੇ ਵੀ ਆ ਸਕਦਾ ਦੈਟ ਮੀਨਸ C ਜੇ ਇੱਥੇ ਹੈ ਤਾਂ E ਇੱਥੇ ਆ ਕੇ A B ਉੱਪਰ ਤੇ D ਇੱਥੇ ਵੀ ਆ ਸਕਦਾ ਜਾਂ ਫਿਰ ਜੇ C ਇੱਥੇ ਹੈ ਤਾਂ E ਇੱਥੇ ਵੀ ਆ ਸਕਦਾ ਹੈ D ਉੱਪਰ ਆ ਸਕਦਾ ਹੈ A B ਆ ਸਕਦਾ ਹੈ A B ਦੀ ਜਗ੍ਹਾ B A B ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਸਿਮਿਲਰਲੀ ਇੱਧਰ ਵੀ ਕਾਫੀ ਸਾਰੀਆਂ ਆਪਸ਼ਨਸ ਬਣ ਜਾਣੀਆਂ ਬਣੂਗੀਆਂ ਕਿ ਨਹੀਂ ਕਿਉਂਕਿ E ਨੀਚੇ ਆ ਕੇ ਵੀ ਆ ਸਕਦਾ ਉੱਪਰ ਵੀ ਆ ਸਕਦਾ A B D ਕੀ ਸਮਝ ਆ ਰਿਹਾ ਕਿ ਨਹੀਂ D ਜੇ ਇੱਥੇ ਨਹੀਂ ਲੈਣਾ ਤਾਂ ਇੱਥੇ ਤਾਂ ਲੈ ਸਕਦੇ ਨਾ ਥਰਡ ਪੋਜੀਸ਼ਨ ਇੱਥੇ ਵੀ ਤਾਂ D ਆ ਸਕਦਾ ਕਿਉਂਕਿ D ਆਡ ਨੰਬਰ ਤੇ A B ਇੱਦਾਂ ਆ ਜਾਏਗਾ C E ਇੱਦਾਂ ਆ ਜਾਏਗਾ ਕੀ ਸਮਝ ਆ ਰਿਹਾ ਕਿ ਨਹੀਂ ਸੋ ਦੈਟ ਮੀਨਸ ਕਾਫੀ ਸਾਰੀਆਂ ਆਪਸ਼ਨਸ ਬਣਦੀਆਂ ਇਹਦੀਆਂ ਤੇ ਇੱਧਰ ਵੀ ਕਾਫੀ ਸਾਰੀਆਂ ਆਪਸ਼ਨਸ ਬਣਦੀਆਂ ਕੀ ਸੈਕਿੰਡ ਦੇ ਨਾਲ ਆਨਸਰ ਆਇਆ ਨੋ ਸੋ ਫਿਰ ਆਨਸਰ ਆਪਾਂ ਕੀ ਟਿਕ ਕਰਾਂਗੇ ਫਸਟ ਕੀ ਕਲੀਅਰ ਹੋ ਗਿਆ In a 6-story building consisting of floor numbered 1 2 3 4 5 6 ground floor is numbered 1 ठीक है so ground floor की है 1 उस तो ऊपर 2 उस तो ऊपर 3 उस तो ऊपर 4 उस तो ऊपर 5 then 6 and the third floor is unoccupied so third floor की है unoccupied there is no one the building house different people PQRST the building houses different people PQRST each living on a different floor okay on which of the floor T lives T the second floor there first S lives between the floor on which R and T lives S ਜਿਹੜਾ ਹੈ ਉਹ R ਤੇ T ਦੇ ਗਬਲੇ ਫਲੋਰ ਤੇ ਹੈ ਸੋ ਕਿਸੇ ਤਰ੍ਹਾਂ ਵੀ ਹੋ ਸਕਦਾ R ਇੱਥੇ ਹੋ ਕੇ S T ਇੱਦਾਂ ਵੀ ਹੋ ਸਕਦਾ यस आर ਇੱਥੇ ਹੋ ਕੇ एस टी ਇੱਦਾਂ ਵੀ ਹੋ ਸਕਦਾ ਨੀਚੇ ਤਾਂ ਨਹੀਂ ਹੋ ਪਾਏਗਾ ਕਿਉਂਕਿ ਦੋ ਹੀ ਫਲੋਰ ਹੈ
जो मैं एक बार देखदा पहला। सो ਇਹਦੇ ਨਾਲ ਤਾਂ ਸੀਕੁਐਂਸ ਨਹੀਂ ਬਣ ਰਹੀ। ਸੈਕੰਡ देयर आर 2 ਫਲੋਰਸ ਬਿਟਵੀਨ T's ਫਲੋਰ ਐਂਡ Q's ਫਲੋਰ। T ਦੇ ਫਲੋਰ ਤੇ Q ਦੇ ਫਲੋਰ ਦੇ ਵਿੱਚ 2 ਫਲੋਰਸ ਹੈ। ਸੋ ਇਹਨੂੰ ਵੀ ਜੇ ਆਪਾਂ ਸੈਪਰੇਟਲੀ ਬਣਾਉਣਾ ਹੋਵੇ ਕਾਫੀ ਸਾਰੇ ਆਪਸ਼ਨਸ ਬਣ ਸਕਦੇ, ਪਰ ਜੇ ਆਪਾਂ ਦੋਨਾਂ ਨੂੰ ਕੰਬਾਈਨ ਕਰ ਦਈਏ, ਸੋ ਪਹਿਲੀ ਤਾਂ ਪੋਜੀਸ਼ਨ ਆ ਹੈ T, ਜੇ ਆਪਾਂ ਇੱਥੇ ਲਈਏ ਤਾਂ 2 ਛੱਡ ਕੇ Q ਫਲੋਰ ਤਾਂ ਆਉਣਾ ਨਹੀਂ, ਯੈਸ ਔਰ ਨੋ। ਇਹ ਤਾਂ ਮਤਲਬ ਆ ਆਪਸ਼ਨ ਤਾਂ ਕੈਂਸਲ ਹੋ ਜਾਂਦਾ। ਜੇ TA ਲਈਏ ਤਾਂ 2 ਛੱਡ ਕੇ Q ਦਾ ਫਲੋਰ ਆਉਂਦਾ, ਥਰਡ ਕੀ ਸੀ ਵੇਕੈਂਟ, ਸੋ ਇੱਥੇ ਕੌਣ ਹੋਏਗਾ ਫਿਰ PQRST। ਸੋ ਦੈਟ ਮੀਨਸ ਆ ਆਪਸ਼ਨ ਆ ਗਿਆ। ਸੋ ਇਹਨਾਂ ਦੋਨਾਂ ਨੂੰ ਐਡ ਕਰਕੇ ਆਇਆ, ਸੋ ਆਂਸਰ ਕੀ ਆਏਗਾ ਫਿਰ 5th। ਕੀ ਕਲੀਅਰ ਹੋਇਆ? क्वेश्चन नंबर 22, द क्वेश्चन is S the mother of M? की S M दी मदर है? फर्स्ट स्टेटमेंट इज M is sister of Q। M जो है वो एक फीमेल है, वो सिस्टर है कि Q दी। Q is sister of R, Q भी एक फीमेल है, वो सिस्टर है कि R दी। R is daughter of S, R भी एक फीमेल है तो कोई दी डॉटर है S दी। सो हुण S सानू पता नहीं है मेल है कि फीमेल है, सो ਇੱਥੇ ਕਨਫਰਮੇਸ਼ਨ ਨਹੀਂ ਹੈ, ਇਸ ਕਰਕੇ ਆਪਾਂ ਨੂੰ ਇਹ ਤਾਂ ਜ਼ਰੂਰ ਪਤਾ ਲੱਗਦਾ ਜੇ ਆਰ ਡਾਟਰ ਐਸ ਦੀ ਕਿਉ ਵੀ ਡਾਟਰ ਹੋਏਗੀ ਤੇ ਐਮ ਵੀ ਡਾਟਰ ਹੋਏਗੀ ਐਸ ਦੀ, ਬਟ ਐਸ ਕੈਨ ਬੀ ਫਾਦਰ ਕੈਨ ਬੀ ਮਦਰ, ਵੀ ਆਰ ਨਾਟ ਸ਼ੋਰ। ਨੈਕਸਟ, ਸੋ ਪਹਿਲੇ ਨਾ ਸਾਡਾ ਆਂਸਰ ਆਇਆ ਨੋ। ਸੈਕੰਡ, ਐਮ ਇਜ਼ ਡਾਟਰ ਆਫ ਐਲ ਐਂਡ ਐਲ ਇਜ਼ ਸਿਸਟਰ ਆਫ ਵੀ। ਐਮ ਡਾਟਰ ਹੈ ਐਲ ਦੀ, ਸੋ ਐਮ ਇੱਕ ਫੀਮੇਲ ਹੈ, ਡਾਟਰ ਹੈ ਕਿਹਦੀ ਐਲ ਦੀ। ਇੱਥਾ ਕਲੀਅਰ ਹੋਇਆ। ਸੋ ਜਦੋਂ ਇੱਦਾਂ ਲਿਖਿਆ ਹੋਇਆ ਐਮ ਇਜ਼ ਡਾਟਰ ਆਫ ਐਲ, ਸੋ ਐਮ ਡਾਟਰ ਹੈ ਐਲ ਦੀ, ਸੋ ਐਲ ਕੀ ਹੋ ਸਕਦੀ, ਮਦਰ ਵੀ ਹੋ ਸਕਦੀ, ਫਾਦਰ ਵੀ ਹੋ ਸਕਦਾ, ਬਟ ਅੱਗੇ ਲਿਖਿਆ ਐਲ ਇਜ਼ ਸਿਸਟਰ ਆਫ ਵੀ। ਜਦੋਂ ਇੱਦਾਂ ਸਾਨੂੰ ਪਤਾ ਲੱਗ ਜਾਏ ਐਲ ਇਜ਼ ਸਿਸਟਰ ਆਫ ਵੀ, ਸੋ ਐਲ ਫਿਰ ਫੀਮੇਲ ਹੀ ਹੋਏਗੀ, ਇਹ ਵੀ ਦੀ ਸਿਸਟਰ ਹੈ ਤਾਂ। ਸੋ ਜਦੋਂ ਆਪਾਂ ਨੂੰ ਇੱਥੇ ਕਲੀਅਰ ਸੀਗਾ ਐਮ ਇਜ਼ ਡਾਟਰ ਆਫ ਐਲ, ਐਮ ਡਾਟਰ ਹੈ ਐਲ ਦੀ, ਤੇ ਹੁਣ ਐਲ ਕਨਫਰਮ ਨਹੀਂ ਸੀ ਕਿ ਮੇਲ ਹੈ ਕਿ ਫੀਮੇਲ ਹੈ, ਬਟ ਸਾਨੂੰ ਕਨਫਰਮ ਹੋ ਗਿਆ ਫੀਮੇਲ ਹੈ ਕਿਉਂਕਿ ਲਿਖਿਆ ਐਲ ਇਜ਼ ਸਿਸਟਰ ਆਫ ਵੀ। ਸੋ ਦੈਟ ਮੀਨਸ ਐਲ ਕੌਣ ਹੈ, ਮਦਰ ਆਫ ਵੀ। ਐਲ ਕੌਣ ਹੈ, ਮਦਰ ਆਫ ਵੀ। ਸੋ ਸੈਕਿੰਡ ਜਿਹੜੀ ਸਟੇਟਮੈਂਟ ਹੈ ਉਹ ਤੋਂ ਸਾਨੂੰ 100% ਕਲੀਅਰ ਹੋ ਜਾਂਦਾ ਹੈ। ਕੀ ਕਲੀਅਰ ਹੋ ਜਾਂਦਾ ਹੈ, ਸਾਡੇ ਕੋਲ ਆਂਸਰ ਆ ਜਾਂਦਾ ਹੈ ਕਿ ਨੋ, ਐਸ ਇਜ਼ ਨਾਟ ਦ ਮਦਰ ਆਫ ਐਮ। ਸੋ ਸਾਡਾ ਭਾਵੇਂ ਜੇ ਆਂਸਰ ਆ ਜਾਏ ਯੈਸ, ਸਾਡੇ ਭਾਵੇਂ ਆਂਸਰ ਆ ਜਾਏ ਨੋ, ਬਟ ਇਸ ਕੇਸ 'ਚ ਕੀ ਹੈ ਸਾਡਾ ਨੋ। ਸੋ ਅਸੀਂ ਆਂਸਰ ਉਦੋਂ ਹੀ ਦੇਵਾਂਗੇ ਯੈਸ ਜਾਂ ਨੋ ਜਦੋਂ ਸਾਨੂੰ ਆਂਸਰ ਪਤਾ ਹੋਵੇ। ਕਈ ਵਾਰ ਸਟੂਡੈਂਟਸ ਕੀ ਸੋਚਦੇ, ਜੇ ਤਾਂ ਯੈਸ ਆਂਸਰ ਆਏਗਾ ਤਾਂ ਹੀ ਉਹ ਠੀਕ ਕਰਦੇ ਨੇ, ਤਾਂ ਗਲਤ ਕਰ ਦਿੰਦੇ। ਤੁਹਾਨੂੰ ਯੈਸ ਵੀ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਐਸ ਮਦਰ ਹੈ ਕਿ ਨਹੀਂ। ਇੱਥੇ ਕੁਐਸਚਨ ਕੀ ਪੁੱਛਿਆ ਹੈ ਕਿ ਐਸ ਦਾ ਐਮ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ, ਜਾਂ ਕੁਐਸਚਨ ਇਹ ਪੁੱਛਿਆ ਕਿ ਕੀ ਐਸ ਐਮ ਦੀ ਮਦਰ ਹੈ। ਦੇਖੋ, ਜੇ ਮੈਂ ਤੁਹਾਨੂੰ ਕੁਐਸਚਨ ਪੁੱਛਾਂ ਕੀ ਐਸ ਐਮ ਦੀ ਮਦਰ ਹੈ, ਤੁਹਾਡੇ ਕੋਲ ਜੇ ਆਂਸਰ ਹੈਗਾ ਤਾਂ ਤੁਸੀਂ ਮੈਨੂੰ ਦੱਸੋਗੇ ਕਿ ਹਾਂ, ਜੇ ਹੈਗੀ ਹੈ ਤਾਂ ਕਹੋਗੇ ਹਾਂ, ਜੇ ਨਹੀਂ ਹੈਗੀ ਤਾਂ ਕਹੋਗੇ ਨਹੀਂ। ਇਹ ਥੋੜੀ ਦੱਸਣ ਲੱਗ ਪਊਗਾ ਕਿ ਨਹੀਂ ਐਸ ਤਾਂ ਐਮ ਦੀ ਮਦਰ ਨਹੀਂ ਹੈ, ਫਾਦਰ ਹੈ ਜਾਂ ਇਹ ਹੈ। ਮੈਂ ਇਹ ਨਹੀਂ ਪੁੱਛਿਆ ਕਿ ਐਸ ਕੌਣ ਹੈ ਐਮ ਦਾ, ਮੈਂ ਇਹ ਪੁੱਛਿਆ ਕੀ ਐਸ ਐਮ ਦੀ ਮਦਰ ਹੈ। ਇਸ ਕੁਐਸਚਨ ਦਾ ਮਤਲਬ ਇਹ ਹੁੰਦਾ ਹੈ ਇਜ਼ ਐਸ ਦਾ ਮਦਰ ਆਫ ਐਮ, ਕੀ ਐਸ ਐਮ ਦੀ ਮਦਰ ਹੈ। ਸੋ ਮੈਂ ਤੁਹਾਨੂੰ ਐਸ ਦਾ ਐਮ ਦਾ ਰਿਲੇਸ਼ਨਸ਼ਿਪ ਬਿਲਕੁਲ ਨਹੀਂ ਪੁੱਛਿਆ, ਮੈਂ ਸਿਰਫ ਇਹ ਪੁੱਛਿਆ ਕਿ ਉਹ ਮਦਰ ਹੈ। ਜੇ ਤਾਂ ਉਹ ਮਦਰ ਹੈ ਤੁਸੀਂ ਕਹੋਗੇ ਯੈਸ, ਜੇ ਮਦਰ ਨਹੀਂ ਹੈ ਤੁਸੀਂ ਕਹੋਗੇ ਨੋ, ਬਟ ਦੋਨੋਂ ਹੀ ਆਂਸਰ ਤੁਸੀਂ ਤਾਂ ਦੇ ਸਕਦੇ ਹੋ ਜੇ ਤੁਹਾਨੂੰ 100% ਐਸ ਤੇ ਐਮ ਦਾ ਰਿਲੇਸ਼ਨਸ਼ਿਪ ਪਤਾ ਹੈ। ਕੀ ਇਹ ਸਮਝ ਆਉਂਦਾ? ਮੈਂ ਕੱਲ ਵੀ ਸਮਝਾਇਆ ਸੀ, ਲੈਟਸ ਸਪੋਜ਼ ਜੇ ਪੁੱਛਿਆ ਕਿ ਐਸ ਐਮ ਦੀ ਮਦਰ ਹੈ, ਤੇ ਜੇ ਆਪਾਂ ਕੋ ਐਮ ਦੀ ਮਦਰ ਕੋਈ ਹੋਰ ਆ ਰਹੀ ਹੈ, ਇਹਦਾ ਮਤਲਬ ਸਾਨੂੰ ਫਿਰ ਕਲੀਅਰ ਹੈ ਕਿ ਐਸ ਮਦਰ ਨਹੀਂ ਹੈ ਐਮ ਦੀ। ਹੋਰ ਕਾਹਦੀ ਕਲੈਰਿਟੀ ਚਾਹੀਦੀ, ਪੁੱਛਣਾ ਤਾਂ ਇਹੀ ਹੈ। ਸੋ ਕੀ ਮੈਨੂੰ ਹੁਣ ਫਸਟ ਨੂੰ ਕੰਸੀਡਰ ਕਰਨ ਦੀ ਲੋੜ ਹੈ? ਨਹੀਂ, ਕੰਸੀਡਰ ਕਰਨ ਦੀ ਲੋੜ ਨਹੀਂ ਹੈ। ਮੇਰਾ ਸੈਕਿੰਡ ਦੇ ਨਾਲ ਹੀ ਕੀ ਆ ਜਾਂਦਾ ਹੈ, ਆਂਸਰ ਆ ਜਾਂਦਾ ਹੈ ਕਿ ਜੇ ਮੈਂ ਇਹਨੂੰ ਐਡ ਵੀ ਕਰਦਾ ਤਾਂ ਵੀ ਮੇਰਾ ਆਂਸਰ ਹੀ ਆਣਾ ਐਸ ਇਜ਼ ਨਾਟ ਦ ਮਦਰ ਆਫ ਐਮ। ਪਰ ਮੈਂ ਐਡ ਕਿਉਂ ਕਰੂੰਗਾ ਉਹਨੂੰ, ਕਿਉਂਕਿ ਮੇਰਾ ਸੈਕਿੰਡ ਨਾਲ ਇੰਡੀਵਿਜੂਅਲੀ ਆਂਸਰ ਆ ਗਿਆ। ਸੋ ਮੇਰਾ फाइनल आंसर क्या आया, नो एस इज नॉट द मदर ऑफ एम। यही आंसर आया ना, ठीक है, वो सेकंड ना आंदा है ऑलरेडी। इज टी द ग्रैंड मदर ऑफ, ओके 36।
how many employees are enrolled within the company, ਕਿੰਨੇ employees enrolled ਹੈ company ਦੇ ਨਾਲ। The employees engagement survey was administered to all employees in the company। ਸੋ ਜਿਹੜਾ employee engagement survey ਸੀਗਾ ਉਹਨੇ ਸਾਰੇ employees ਨੂੰ administer ਕੀਤਾ। ਕੀ ਸਾਨੂੰ ਇਹ ਤੋਂ ਪਤਾ ਲੱਗ ਜਾਏਗਾ ਕਿੰਨੇ employees ਹੈ enrolled company ਦੇ ਵਿੱਚ? No। ਪਤਾ ਲੱਗਾ ਕਿੰਨੇ employees? ਨਹੀਂ। A total of 346 employee engagement surveys were returned to the HR department। So total ਇੰਨੇ employees engagement survey ਵਾਪਸ ਦਿੱਤੇ। ਕੀ ਸਾਨੂੰ ਇਹ ਤੋਂ ਪਤਾ ਲੱਗੇਗਾ total employees ਕਿੰਨੇ ਹੈ? ਨਹੀਂ। ਜੇ ਆਪਾਂ ਦੋਨਾਂ ਨੂੰ ਐਡ ਕਰ ਦਈਏ ਤੇ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਸਾਰਿਆਂ ਦੀ ਰਿਪੋਰਟ ਬਣੀ ਸੀ ਤੇ ਟੋਟਲ ਇੰਨੀਆਂ ਰਿਪੋਰਟਸ ਆਈਆਂ। ਦੈਟ ਮੀਨਸ ਫਿਰ ਆਨਸਰ ਕੀ ਆ ਜਾਏਗਾ? 5। ਸਾਨੂੰ ਪਤਾ ਲੱਗ ਜਾਏਗਾ ਟੋਟਲ EMPLOYEES ਕਿੰਨੇ ਆ? 436 ਸੌਰੀ 346। ਸੋ ਲੈਟਸ ਸਪੋਜ਼ ਜੇ ਇੱਦਾਂ ਹੁੰਦਾ ਕਿ 50% EMPLOYEES ਦੀ ਨੂੰ ਐਡਮਿਨਿਸਟਰ ਕੀਤਾ ਗਿਆ, ਕਿੰਨੇ ਪਰਸੈਂਟ ਨੂੰ? 50% ਨੂੰ। ਜਾਂ ਫਿਰ ਸਾਨੂੰ ਦੱਸਿਆ ਹੀ ਨਾ ਹੁੰਦਾ ਕਿ ਕਿੰਨੇ ਟੋਟਲ EMPLOYEES ਨੂੰ ਐਡਮਿਨਿਸਟਰ ਕੀਤਾ ਗਿਆ ਤੇ ਉਸ ਤੋਂ ਬਾਅਦ ਸਾਨੂੰ ਇਹ ਤੇ ਨੰਬਰ ਦੱਸਿਆ ਹੁੰਦਾ ਕਿ ਇੰਨੀਆਂ EMPLOYMENT ENGAGEMENT ਸਰਵਿਸ ਉਹਨਾਂ ਨੇ HR ਡਿਪਾਰਟਮੈਂਟ ਨੂੰ ਰਿਟਰਨ ਕੀਤੇ। ਸੋ ਤੁਹਾਨੂੰ ਪਤਾ ਨਹੀਂ ਲੱਗਣਾ ਸੀ ਟੋਟਲ EMPLOYEES ਕਿੰਨੇ। ਹੁਣ ਇੱਥੇ ਸਾਨੂੰ ਕਿੱਦਾਂ ਪਤਾ ਲੱਗ ਰਿਹਾ ਟੋਟਲ EMPLOYEES ਕਿੰਨੇ ਹੈ? ਕਿਉਂਕਿ ਸਾਨੂੰ ਪਤਾ ਹੈ ਕਿ ਟੋਟਲ ਜੇ ਇੰਨੀਆਂ ਰਿਪੋਰਟਸ ਆਈਆਂ ਤੇ ਸਾਰੇ EMPLOYEES ਨੂੰ ਐਡਮਿਨਿਸਟਰ ਕੀਤਾ ਸੀ। ਸੋ ਇੰਨੇ ਹੀ EMPLOYEES ਹੋਊਗੇ ਫਿਰ। ਕੀ ਇਹ ਸਮਝ ਆ ਰਿਹਾ? ਸੋ ਦਿਸ ਇਜ਼ ਆਨਸਰ। ਆਨਸਰ ਇਜ਼ 5। ਸੋ ਦੋਨਾਂ ਨੂੰ ਐਡ ਕਰ ਦਾਂਗੇ ਤਾਂ ਆਨਸਰ ਆ ਜਾਏਗਾ। ਕੱਲਾ ਇਹਨਾਂ ਵੀ ਆਨਸਰ ਨਹੀਂ ਆਏਗਾ ਕਿਉਂਕਿ ਇੱਥੋਂ ਨੰਬਰ ਨਹੀਂ ਪਤਾ ਲੱਗਾ। ਇਹਨਾਂ ਆਨਸਰ ਕੱਲੇ ਨਾਲ ਕਿਉਂ ਨਹੀਂ ਆਏਗਾ? ਕਿਉਂਕਿ ਸਾਨੂੰ ਇਹ ਤਾਂ ਪਤਾ ਲੱਗਾ ਇੰਨੀਆਂ ਰਿਪੋਰਟਸ ਆਈਆਂ ਹੈ ਬਟ ਕਿੰਨੀਆਂ ਦੀਆਂ ਹੋਈਆਂ ਸੀ ਸਾਨੂੰ ਇਹ ਥੋੜ੍ਹੀ ਪਤਾ EMPLOYEES ਦੀਆਂ। ਸਾਨੂੰ ਇਹ ਨਹੀਂ ਨਾ ਪਤਾ ਸਾਰਿਆਂ ਦੀਆਂ ਸਰਵਾ ਹੋਇਆ ਸੀ ਕਿ ਨਹੀਂ। ਬਟ ਜੇ ਦੋਨਾਂ ਨੂੰ ਐਡ ਕਰ ਦਈਏ ਸਾਨੂੰ ਇਹ ਪਤਾ ਲੱਗੇਗਾ ਸਾਰਿਆਂ ਦਾ ਹੋਇਆ ਸੀ ਤੇ ਇੰਨੀਆਂ ਰਿਪੋਰਟਸ ਆਈਆਂ ਤੇ ਟੋਟਲ ਇੰਨੇ ਹੋਊਗੇ ਫਿਰ ਪਰਸਨ। ਕੀ ਇਹ ਕਲੀਅਰ ਹੋ ਰਿਹਾ ਕਿ ਨਹੀਂ? ਨੈਕਸਟ ਕੁਐਸਚਨ। So question number 84. Town P is towards which direction of town T? Okay, town P किस direction से town T दे? So town T is towards south of town K. So town T is towards south of town K. So we'll take the town K. ਉਹਦੇ south ਵਿੱਚ ਆਪਾਂ town ਕਿਹੜਾ ਲੈ ਲਾਂਗੇ? T. Which is towards the west of town P. So K ਜੋ ਕੀ ਹੈ west of town P. So P ਦੇ ਵੈਸਟ ਦੇ ਵਿੱਚ ਹੈ ਟਾਊਨ ਕੇ। ਸੋ ਹੁਣ ਸਾਨੂੰ ਇਹ ਪਤਾ ਲੱਗ ਗਿਆ ਟਾਊਨ ਪੀ ਆਪਾਂ ਲਿਆ ਉਹਦੇ ਵੈਸਟ ਦੇ ਵਿੱਚ ਕੀ ਲੈ ਲਿਆ ਕੇ ਤੇ ਟਾਊਨ ਕੇ ਦੇ ਸਾਊਥ ਦੇ ਵਿੱਚ ਆਪਾਂ ਕੀ ਲੈ ਲਿਆ ਟੀ। ਹੁਣ ਕੁਐਸਚਨ ਸੀ ਟਾਊਨ ਪੀ ਇਜ਼ ਟੂਵਰਡਸ ਵਿਚ ਡਾਇਰੈਕਸ਼ਨ ਆਫ ਟਾਊਨ ਟੀ। ਟਾਊਨ ਪੀ ਹੈ ਜਿਹੜਾ ਉਹ ਟਾਊਨ ਟੀ ਦੇ ਕਿਸ ਡਾਇਰੈਕਸ਼ਨ 'ਚ ਹੈ? ਸੋ ਸਾਨੂੰ ਕੀ ਆਨਸਰ ਕੀ ਮਿਲਦਾ ਇਹਦਾ? ਆਨਸਰ ਇਜ਼ ਨਾਰਥ ਈਸਟ। ਪਹਿਲੇ ਨਾਲ ਆਨਸਰ ਆ ਗਿਆ ਯੈਸ। ਸੈਕਿੰਡ ਕੀ ਹੈ? Town R is towards south of town V and towards east of town T. So ਜਿਹੜਾ town R ਹੈ ਉਹ V ਦੇ south ਵਿੱਚ ਹੈ and east of T ਤੇ T ਦੇ ਕੀ ਹੈ? east ਵਿੱਚ ਹੈ। ਬਟ ਇੱਥੇ P ਤਾਂ ਆਇਆ ਨਹੀਂ। ਸੈਕਿੰਡ ਨਾਲ ਕੀ ਆਨਸਰ ਆਏਗਾ? ਨਹੀਂ, ਫਸਟ ਨਾਲ ਆਨਸਰ ਆ ਗਿਆ। ਸੋ ਆਨਸਰ ਕੀ ਆਇਆ ਸਾਡਾ? ਫਸਟ।